हाँ जी राजे, ਆਪਾਂ ਅੱਜ ਕਰਨਾ ਹੈ ਕਾਰਪੋਰੇਟ ਅਕਾਊਂਟਿੰਗ। ਠੀਕ ਹੈ, ਮੇਰੇ ਕੋਲ ਤੁਹਾਡੇ ਦੋ ਸਬਜੈਕਟ ਨੇ, ਜਿਵੇਂ ਇੱਕ ਤਾਂ ਇਹੀ ਹੈ ਕਾਰਪੋਰੇਟ ਅਕਾਊਂਟਿੰਗ, ਦੂਜਾ ਹੈ ਸਟੈਟ। ਠੀਕ ਹੈ, ਤਾਂ ਅੱਜ ਆਪਾਂ ਪਹਿਲਾਂ ਕਾਰਪੋਰੇਟ ਅਕਾਊਂਟਿੰਗ ਤੋਂ ਸਟਾਰਟ ਕਰਦੇ ਹਾਂ, ਫਿਰ ਆਪਾਂ ਨੈਕਸਟ ਲੈਕਚਰ ਸਟੈਟ ਦਾ ਲਗਾਵਾਂਗੇ। ਠੀਕ ਹੈ, ਕਾਰਪੋਰੇਟ ਅਕਾਊਂਟਿੰਗ 'ਚ ਰਾਜੇ ਆਪਾਂ ਨੂੰ ਮੇਜਰਲੀ ਥੋੜ੍ਹੇ ਹੀ ਚੈਪਟਰ ਹੈ। ਜੇ ਬੁੱਕ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਅਰਾਊਂਡ 9 ਚੈਪਟਰਸ ਹੈ। ਠੀਕ ਹੈ, 5 ਚੈਪਟਰ ਹੈ ਯੂਨਿਟ 1 'ਚ ਅਤੇ 4 ਚੈਪਟਰਸ ਹੈ ਯੂਨਿਟ 4 'ਚ। ਅਤੇ ਅੱਜ ਆਪਾਂ ਫਸਟ ਚੈਪਟਰ ਸਟਾਰਟ ਕਰਦੇ ਹਾਂ, ਇਹ ਹੈਗਾ ਬੁੱਕਸ ਆਫ ਅਕਾਊਂਟਸ ਐਂਡ ਸ਼ੇਅਰ ਕੈਪੀਟਲ। ਠੀਕ ਹੈ, ਇਸ ਚੈਪਟਰ ਦੀ ਰਾਜੇ ਥਿਊਰੀ ਐਂਡ ਪ੍ਰੈਕਟੀਕਲ ਦੋਨੋਂ ਹੀ ਇੰਪੋਰਟੈਂਟ ਹੈ। ਠੀਕ ਹੈ, ਮੇਜਰਲੀ ਇਹਦੇ ਵਿੱਚ ਪ੍ਰੈਕਟੀਕਲ ਆਉਂਦਾ ਹੁੰਦਾ ਜ਼ਿਆਦਾਤਰ। ਠੀਕ ਹੈ, ਇਹਦੇ ਵਿੱਚ ਕੀ ਤੁਹਾਨੂੰ ਜਰਨਲ ਐਂਟਰੀਜ਼ ਹੁੰਦੀਆਂ ਜਾਂ ਲੈਜਰ ਬਣਾਉਣਾ ਹੁੰਦਾ ਅਤੇ ਬੈਲੈਂਸ ਸ਼ੀਟ ਬਣਾਉਣੀ ਹੁੰਦੀ ਹੈ ਕੰਪਨੀ ਦੀ। ਠੀਕ ਹੈ, ਇਹਦੇ ਵਿੱਚ ਹੁੰਦਾ ਕੀ ਹੈ, ਜਿਵੇਂ ਸ਼ੇਅਰ ਕੈਪੀਟਲ ਦਾ ਤੁਸੀਂ ਆਈਡੀਆ ਲਗਾਇਆ ਹੋਣਾ ਕਿ ਜਿਹੜਾ ਅਕਾਊਂਟਸ ਬਣਨਗੇ ਜਾਂ ਜਰਨਲ ਐਂਟਰੀਜ਼ ਪੈਣਗੀਆਂ ਉਹ ਕਿਹਦੇ ਰਿਲੇਟਡ ਹੋਣਗੀਆਂ, ਸ਼ੇਅਰ ਕੈਪੀਟਲ ਦੇ ਰਿਲੇਟਡ ਹੋਣਗੀਆਂ। ਠੀਕ ਹੈ, ਸੋ ਸਟਾਰਟ ਕਰਦੇ ਆਪਾਂ ਸ਼ੇਅਰ ਕੈਪੀਟਲ ਤੋਂ। ਤੁਹਾਨੂੰ ਆਈਡੀਆ ਲੱਗ ਹੀ ਗਿਆ ਹੋਣਾ ਵੀ ਸ਼ੇਅਰ ਕੈਪੀਟਲ ਕਿਹਦੇ 'ਚ ਹੁੰਦੀ ਹੈ, ਸੋਲ ਪ੍ਰੋਪਰਾਈਟਰ 'ਚ, ਪਾਰਟਨਰਸ਼ਿਪ 'ਚ ਜਾਂ ਕੰਪਨੀ 'ਚ। ਕੰਪਨੀ 'ਚ ਹੁੰਦੀ ਹੈ। ਠੀਕ ਹੈ, ਸੋ ਸ਼ੇਅਰ ਕੈਪੀਟਲ ਕਿਹਦੇ 'ਚ ਹੈ, ਕੰਪਨੀ 'ਚ ਹੈ। ਸੋ ਇਸ ਜਿਹੜਾ ਆਪਣਾ ਚੈਪਟਰ ਹੈ ਇਹਦੇ ਵਿੱਚ ਆਪਾਂ ਮੇਜਰਲੀ ਥਿਊਰੀ ਵੀ ਕਿਹਦੀ ਕਰਾਂਗੇ, ਕੰਪਨੀ ਦੀ ਕਰਾਂਗੇ। ਠੀਕ ਹੈ, ਕੰਪਨੀ ਕੀ ਹੁੰਦੀ ਹੈ, ਕੰਪਨੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਕੰਪਨੀ ਕਿਵੇਂ ਬਣਦੀ ਹੈ, ਇਹਦੇ ਲਈ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਇਹਨੂੰ ਬਣਾਉਣ ਲਈ। ਠੀਕ ਹੈ, ਹੋਰ ਕੀ ਲੀਗਲ ਰਿਕੁਆਇਰਮੈਂਟਸ ਨੇ ਕੰਪਨੀ ਦੀਆਂ, ਦੈਨ ਬਾਕੀ ਸਾਰਾ ਕੰਪਨੀ ਨਾਲ ਰਿਲੇਟਡ ਜਾਂ ਕੰਪਨੀ ਦੀਆਂ ਚੀਜ਼ਾਂ। ਠੀਕ ਹੈ, ਚਲੋ ਨੈਕਸਟ ਦੇਖੋ ਰਾਜੇ, ਇਹਦੇ ਵਿੱਚ ਆਪਾਂ ਚਲੋ ਸਟਾਰਟ ਕਰਦੇ ਹਾਂ ਮੀਨਿੰਗ ਆਫ ਕੰਪਨੀ ਤੋਂ। ਮੀਨਿੰਗ ਆਫ ਕੰਪਨੀ 'ਚ ਪਹਿਲਾਂ ਤਾਂ ਦੇਖੋ ਰਾਜੇ, ਜਿਹੜੀ ਕੰਪਨੀ ਹੁੰਦੀ ਹੈ ਇਹ ਇੱਕ ਆਰਟੀਫਿਸ਼ੀਅਲ ਪਰਸਨ ਹੈ। ਠੀਕ ਹੈ, ਕੀ ਹੈ ਇਹ, ਇੱਕ ਆਰਟੀਫਿਸ਼ੀਅਲ ਪਰਸਨ ਹੈ। ਆਰਟੀਫਿਸ਼ੀਅਲ ਪਰਸਨ ਤੋਂ ਕੀ ਭਾਵ ਹੈ, ਮਤਲਬ ਇਹਦੇ ਵਿੱਚ ਨਾ ਤਾਂ ਬਲੱਡ ਹੈ ਨਾ ਬੋਨਸ ਹੈ। ਠੀਕ ਹੈ, ਬਟ ਇਹਨੂੰ ਪਰਸਨ ਕਿਹਾ ਜਾਂਦਾ ਕਿਉਂਕਿ ਇਹਨੂੰ ਕ੍ਰੀਏਟ ਕਿਹਦੀ ਨਜ਼ਰਾਂ 'ਚ ਕੀਤਾ ਜਾਂਦਾ, ਲਾਅ ਦੀਆਂ ਨਜ਼ਰਾਂ 'ਚ ਕੀਤਾ ਜਾਂਦਾ। ਠੀਕ ਹੈ, ਲਾਅ ਕੀ ਹੈ ਹੁਣ ਆਪਣਾ, ਜੇ ਆਪਾਂ ਇੱਥੇ ਲਾਅ ਦੀ ਗੱਲ ਕਰਦੇ ਹਾਂ ਤਾਂ ਇੱਥੇ ਲਾਅ ਨੂੰ ਮੇਜਰਲੀ ਆਪਾਂ ਰੈਫਰ ਕਰਦੇ ਹਾਂ ਕੰਪਨੀਜ਼ ਐਕਟ 2013 ਦੇ ਨਾਲ। ਠੀਕ ਹੈ, ਜਿਹੜੀ ਵੀ ਕੋਈ ਕੰਪਨੀ ਬਣਦੀ ਹੈ ਇੰਡੀਆ ਵਿੱਚ ਉਹ ਕਿਹਦੇ ਅੰਡਰ ਬਣਦੀ ਹੈ, ਕੰਪਨੀਜ਼ ਐਕਟ 2013 ਦੇ ਅੰਡਰ। ਜਾਂ ਫਿਰ ਇਸ ਤੋਂ ਪਹਿਲਾਂ ਰਾਜੇ ਇੱਕ ਹੋਰ ਐਕਟ ਚੱਲਦਾ ਸੀਗਾ, ਉਹ ਸੀਗਾ ਕੰਪਨੀਜ਼ ਐਕਟ 1956। ਠੀਕ ਹੈ, ਜਿਹੜੀਆਂ 13 ਵਾਲਾ ਐਕਟ ਹੈ, ਇਸ ਤੋਂ ਪਹਿਲਾਂ ਜਿਹੜੀਆਂ ਕੰਪਨੀਜ਼ ਬਣੀਆਂ ਨੇ ਉਹ ਕਿਹਦੇ ਅੰਡਰ ਬਣੀਆਂ ਹੋਈਆਂ ਨੇ, ਕਿਹਦੇ ਅਕੋਰਡਿੰਗ ਬਣੀਆਂ ਹੋਈਆਂ ਨੇ, 1956 ਦੇ ਵਿੱਚ। 1956 ਤੇ 13 ਵਾਲੇ ਐਕਟ ਵਿੱਚ ਰਾਜੇ ਥੋੜ੍ਹੇ ਬਹੁਤੇ ਚੇਂਜਿਸ ਕੀਤੇ ਗਏ ਸੀਗੇ। ਠੀਕ ਹੈ, ਸ਼ੇਅਰ ਕੈਪੀਟਲ ਨੂੰ ਲੈ ਕੇ, ਫਾਰਮੇਸ਼ਨ ਨੂੰ ਲੈ ਕੇ, ਕੁਛ ਪ੍ਰੋਵੀਜ਼ਨਸ ਨੂੰ ਲੈ ਕੇ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਥੋੜ੍ਹੀਆਂ ਚੇਂਜ ਕੀਤੀਆਂ ਗਈਆਂ ਸੀਗੀਆਂ। ਠੀਕ ਹੈ, ਤਾਂ ਕਰਕੇ ਇਹਨੂੰ ਇੱਕ ਨਵਾਂ ਨਾਮ ਦਿੱਤਾ ਗਿਆ ਸੀਗਾ। ਚਲੋ ਮੇਜਰਲੀ ਆਪਾਂ ਹੁਣ ਗੱਲ ਕਰਨੀ ਹੈ ਮੀਨਿੰਗ ਆਫ ਕੰਪਨੀ ਦੀ। ਠੀਕ ਹੈ, ਇਹ ਕੀ ਹੁੰਦੀ ਹੈ, ਕੰਪਨੀ ਇੱਕ ਆਰਟੀਫਿਸ਼ੀਅਲ ਪਰਸਨ ਹੁੰਦੀ ਹੈ ਜਿਹਨੂੰ ਕ੍ਰੀਏਟ ਕੀਤਾ ਜਾਂਦਾ ਹੈ ਬਾਏ ਲਾਅ। ਠੀਕ ਹੈ, ਨੈਕਸਟ ਇਹਦੇ ਵਿੱਚ ਰਾਜੇ ਜਿਹੜੀ ਕੰਪਨੀ ਹੁੰਦੀ ਹੈ, ਠੀਕ ਹੈ, ਉਹ ਕ੍ਰੀਏਟ ਕੌਣ ਕਰਦਾ, ਲਾਅ 'ਚ ਤਾਂ ਕ੍ਰੀਏਟ ਹੁੰਦੀ ਹੈ, ਬਟ ਉਹਨੂੰ ਨਾ ਕੁਛ ਕੁ ਪਰਸਨਸ ਮਿਲ ਕੇ ਜਿਨ੍ਹਾਂ ਦਾ ਸੇਮ ਓਬਜੈਕਟਿਵ ਹੋਵੇ, ਜਿਨ੍ਹਾਂ ਨੇ ਬਿਜ਼ਨਸ ਕਰਨਾ ਹੋਵੇ ਮੋਸਟਲੀ ਪ੍ਰੋਫਿਟ ਅਰਨ ਕਰਨ ਲਈ। ਠੀਕ ਹੈ, ਉਹ ਜਾਣੇ ਇਕੱਠੇ ਮਿਲ ਕੇ ਜਦੋਂ ਕੋਈ ਕੰਮ ਸਟਾਰਟ ਕਰਦੇ ਆ ਤਾਂ ਉਹ ਕੀ ਸੋਚਦੇ ਆ ਵੀ ਆਪਾਂ ਹੁਣ ਕੰਪਨੀ ਬਣਾ ਲੈਂਦੇ ਹਾਂ। ਠੀਕ ਹੈ, ਹੁਣ ਉਹ ਕੰਪਨੀ ਹੀ ਕਿਉਂ ਬਣਾਉਂਦੇ ਹੈ, ਸੋਲ ਪ੍ਰੋਪਰਾਈਟਰ ਦਾ ਕੰਮ ਕਿਉਂ ਨਹੀਂ ਕਰਦੇ ਜਾਂ ਪਾਰਟਨਰਸ਼ਿਪ ਕਿਉਂ ਨਹੀਂ ਕਰਦੇ, ਕਿਉਂਕਿ ਜਿਹੜਾ ਕੰਮ ਵੱਡੇ ਲੈਵਲ 'ਤੇ ਕਰਨਾ ਹੁੰਦਾ ਨਾ ਰਾਜੇ, ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਜਾਂ ਪੈਸਾ ਉਹ ਵੀ ਜ਼ਿਆਦਾ ਚਾਹੀਦਾ। ਠੀਕ ਹੈ, ਅਤੇ ਹੁਣ ਜਿਹੜਾ ਸੋਲ ਪ੍ਰੋਪਰਾਈਟਰ ਹੈ ਜਾਂ ਪਾਰਟਨਰਸ਼ਿਪ ਹੈ ਉਹਦੇ ਵਿੱਚ ਆਪਣੇ ਜਿਹੜਾ ਫਾਈਨਾਂਸ ਹੁੰਦਾ ਹੈ ਨਾ ਉਹ ਲਿਮਿਟਿਡ ਹੋ ਜਾਂਦਾ, ਕਿਉਂਕਿ ਜਿੰਨਾ ਸੋਲ ਪ੍ਰੋਪਰਾਈਟਰ ਕੋਲ ਪੈਸਾ ਜਾਂ ਜਿੰਨਾ ਪਾਰਟਨਰਸ ਕੋਲ ਪੈਸਾ ਹੈ ਨਾ ਉਨਾ ਹੀ ਲਾ ਸਕਦੇ ਨੇ। ਵੱਧ ਤੋਂ ਵੱਧ ਕੀ ਹੈ, ਕਿਸੇ ਤੋਂ ਉਧਾਰ ਲੈ ਲੈਣਗੇ, ਬੈਂਕ ਤੋਂ ਲੋਨ ਲੈ ਲੈਣਗੇ, ਹੈ ਨਾ, ਉਸ ਤੋਂ ਜ਼ਿਆਦਾ ਨਹੀਂ ਉਹ ਲੈ ਸਕਦੇ। ਬਟ ਜਿਹੜੀ ਕੰਪਨੀ ਹੁੰਦੀ ਹੈ ਰਾਜੇ, ਇਹਦੇ ਇਹ ਐਡਵਾਂਟੇਜ ਹੁੰਦੀ ਹੈ ਵੀ ਤੁਸੀਂ ਪਬਲਿਕ ਤੋਂ ਪੈਸੇ ਡਿਮਾਂਡ ਕਰ ਸਕਦੇ ਹੋ ਥਰੂ ਸ਼ੇਅਰਸ ਇਸ਼ੂ ਕਰਕੇ ਜਾਂ ਡਿਬੈਂਚਰਸ ਇਸ਼ੂ ਕਰਕੇ। ਠੀਕ ਹੈ, ਸੋ ਕੀ ਹੈ ਇਹਦੇ ਵਿੱਚ ਦੁਆਰਾ ਕੀ ਹੈ ਕਿ ਕੰਪਨੀ ਬਣਾਉਣ ਦਾ ਹੀ ਫਾਇਦਾ ਹੁੰਦਾ ਹੈ ਕਿ ਤੁਸੀਂ ਪੈਸਾ ਜ਼ਿਆਦਾ ਇਕੱਠਾ ਕਰਕੇ ਵੱਡੇ ਸਕੇਲ 'ਤੇ ਕੰਮ ਕਰ ਸਕਦੇ ਹੋ।
ठीक है। सो कंपनी कुछ पर्सनस द्वारा बनाई जाती है जिन्हों का सेम मोटिव होंदा है, ठीक है, सेम परपस होंदा उन्हां दा। ਉਹ परपस ਉਹ ਕਾਹਦੇ ਲਈ ਕਰਦੇ ਨੇ ਤਾਂ ਕਿ ਉਹਨਾਂ ਨੂੰ ਪ੍ਰੋਫਿਟ ਮਿਲੇ, ਠੀਕ ਹੈ, ਉਹਨਾਂ ਦਾ ਸੋਰਸ ਆਫ ਇਨਕਮ ਬਣੇ। ਤੇ ਨੈਕਸਟ ਜਿਹੜੀ ਇਹਦੇ ਵਿੱਚ ਕੈਪੀਟਲ ਹੁੰਦੀ ਹੈ ਜਾਂ ਉਹਨਾਂ ਨੇ ਪੈਸਾ ਜਿਹੜਾ ਇਨਵੈਸਟ ਕੀਤਾ ਗਿਆ ਹੁੰਦਾ, ਠੀਕ ਹੈ, ਉਹਨੂੰ ਕਾਹਦੇ 'ਚ ਰੈਫਰ ਕਰਦੇ ਆ, ਕੈਪੀਟਲ 'ਚ, ਠੀਕ ਹੈ। ਕੈਪੀਟਲ ਕੈਪੀਟਲ ਨੂੰ ਕਿਹਦੇ 'ਚ ਰੈਫਰ ਕਰਦੇ ਆ, ਸ਼ੇਅਰਸ ਵਿੱਚ, ਠੀਕ ਹੈ, ਨੰਬਰ ਆਫ ਸ਼ੇਅਰਸ ਵਿੱਚ। ਅਤੇ ਇਹਦੇ ਜਿਹੜੇ ਸ਼ੇਅਰ ਹੁੰਦੇ ਨੇ ਰਾਜੇ ਉਹ ਅਨਲਾਈਕ ਅਦਰ ਸੋਲ ਟਰੇਡਰ ਐਂਡ ਪਾਰਟਨਰਸ਼ਿਪ 'ਚ, ਜਿਵੇਂ ਆਪਾਂ ਆਪਣਾ ਹਿੱਸਾ ਕਿਸੇ ਹੋਰ ਨੂੰ ਦੇ ਨਹੀਂ ਸਕਦੇ ਹੈ ਨਾ, ਬਿਨਾਂ ਪਾਰਟਨਰਸ ਨੂੰ ਕੰਸਲਟ ਕੀਤੇ ਆ। ਸੋਲ ਪ੍ਰੋਪਰਾਈਟਰ ਵੀ ਐਵੇਂ ਨਹੀਂ ਕਰਦਾ। ਬਟ ਜਿਹੜੀ ਕੰਪਨੀ ਹੁੰਦੀ ਹੈ ਇਹਦੇ ਵਿੱਚ ਜੇ ਕਿਸੇ ਨੇ ਪੈਸਾ ਇਨਵੈਸਟ ਕੀਤਾ ਹੋਇਆ, ਠੀਕ ਹੈ, ਕੈਪੀਟਲ ਲਗਾਈ ਹੋਈ ਹੈ, ਉਹਦੇ ਕੋਲ ਉਸ ਕੰਪਨੀ ਦੇ ਸ਼ੇਅਰਸ ਹੈ, ਤਾਂ ਉਹ ਕੀ ਹੈ, ਜੇ ਕਦੀ ਉਹਨੂੰ ਪੈਸੇ ਦੀ ਲੋੜ ਹੋਵੇ ਤਾਂ ਆਪਣੇ ਸ਼ੇਅਰ ਕਿਸੇ ਹੋਰ ਨੂੰ ਵੇਚ ਕੇ ਪੈਸਾ ਲੈ ਸਕਦਾ। ਕਹਿਣ ਦਾ ਕੀ ਮਤਲਬ ਹੈ ਵੀ ਇਹਦੇ 'ਚ ਜਿਹੜੇ ਸ਼ੇਅਰ ਹੁੰਦੇ ਨੇ, ਠੀਕ ਹੈ, ਜਾਂ ਕੈਪੀਟਲ ਇਨਵੈਸਟ ਕੀਤੀ ਹੁੰਦੀ ਹੈ ਲੋਕਾਂ ਨੇ, ਉਹ ਕੀ ਹੁੰਦੀ ਹੈ, ਟਰਾਂਸਫਰੇਬਲ ਹੁੰਦੀ ਹੈ, ਠੀਕ ਹੈ, ਉਹ ਇੱਕ ਜਾਣੇ ਤੋਂ ਦੂਜੇ ਜਾਣੇ ਕੋਲ ਜਾ ਸਕਦੀ ਹੁੰਦੀ ਹੈ, ਠੀਕ ਹੈ। ਨੈਕਸਟ ਇਹਦੇ ਵਿੱਚ ਹੋਰ ਆਪਾਂ ਕਰਾਂਗੇ ਕਿ ਇਹਦੇ ਵਿੱਚ ਜਿਹੜਾ ਕੰਪਨੀ ਹੁੰਦੀ ਹੈ ਰਾਜੇ ਉਹ ਨਾ ਆਰਟੀਫਿਸ਼ਲ ਪਰਸਨ ਹੁੰਦੀ ਹੈ, ਠੀਕ ਹੈ, ਜਿਹੜੀ ਕਿ ਲਾਅ ਦੀਆਂ ਨਜ਼ਰਾਂ 'ਚ ਹੀ ਬਣਦੀ ਹੈ ਅਤੇ ਲਾਅ ਦੇ ਅਕੋਰਡਿੰਗ ਹੀ ਬਣਦੀ ਹੈ ਅਤੇ ਲਾਅ ਦੇ ਅਕੋਰਡਿੰਗ ਹੀ ਉਹਦੀ ਡੈਥ ਹੁੰਦੀ ਹੈ। ਸੋ ਆਰਟੀਫਿਸ਼ਲ ਪਰਸਨ ਹੋਣ ਦਾ ਕੰਪਨੀ ਨੂੰ ਕੀ ਬੈਨੀਫਿਟ ਹੁੰਦਾ ਜਾਂ ਕੀ ਐਡਵਾਂਟੇਜ ਹੁੰਦਾ ਕਿ ਉਹ ਕੁਛ ਵੀ ਜਿਹੜੀ ਪ੍ਰੋਪਰਟੀ ਹੁੰਦੀ ਹੈ ਨਾ ਉਹ ਆਪਣੇ ਨਾਮ 'ਤੇ ਖਰੀਦ ਜਾਂ ਵੇਚ ਸਕਦੀ ਹੈ, ਠੀਕ ਹੈ। ਹੁਣ ਜਿਹੜੀ ਕੰਪਨੀ ਹੁੰਦੀ ਹੈ ਉਹ ਜਿਹੜੀ ਉਹਦੇ ਕੋਲ ਜ਼ਮੀਨ ਹੁੰਦੀ ਹੈ, ਫੈਕਟਰੀ ਹੁੰਦੀ ਹੈ, ਬਿਲਡਿੰਗ ਹੁੰਦੀ ਹੈ ਨਾ, ਇਨਫੈਕਟ ਕਿ ਉਹਦਾ ਜਿਹੜਾ ਬੈਂਕ ਅਕਾਊਂਟ ਵੀ ਹੁੰਦਾ ਉਹ ਕਿਹਦੇ ਨਾਮ 'ਤੇ ਹੁੰਦਾ, ਉਹ ਕੰਪਨੀ ਦੇ ਨਾਮ 'ਤੇ ਹੁੰਦਾ, ਠੀਕ ਹੈ। ਉਹ ਕਿਸੇ ਡਾਇਰੈਕਟਰ ਜਾਂ ਸ਼ੇਅਰ ਹੋਲਡਰ ਦੇ ਨਾਮ 'ਤੇ ਨਹੀਂ ਹੁੰਦਾ, ਠੀਕ ਹੈ। ਉਹ ਕਿਹਦੇ ਨਾਮ 'ਤੇ ਹੋਏਗਾ, ਕੰਪਨੀ ਦੇ ਨਾਮ 'ਤੇ ਹੋਏਗਾ। ਸੇਮ ਤਰੀਕੇ ਨਾਲ ਜਿਵੇਂ ਉਹ ਐਸੈਟਸ ਐਂਡ ਲਾਇਬਿਲਿਟੀਜ਼ ਲੈ ਸਕਦੀ ਹੈ ਨਾ, ਉੱਦਾਂ ਹੀ ਉਹ ਜਿਹੜਾ ਗੁੱਡਸ ਹੈ ਉਹਨਾਂ ਨੂੰ, ਗੁੱਡਸ ਤਾਂ ਪਤਾ ਨਾ, ਜਿਹੜੀਆਂ ਗੁੱਡਸ ਹੈ ਉਹਨਾਂ ਨੂੰ ਸੇਲ ਐਂਡ ਪਰਚੇਜ਼ ਵੀ ਉਹਨਾਂ ਦੀ ਕਰ ਸਕਦੀ ਹੈ, ਠੀਕ ਹੈ। ਉਹ ਵੀ ਕਿਹਦੇ ਨਾਮ 'ਤੇ ਕਰੇਗੀ, ਆਪਣੇ ਨਾਮ 'ਤੇ ਕਰੇਗੀ। ਹੋਰ ਇਹਦੇ ਵਿੱਚ ਕੀ ਹੈ ਕਿ ਜੇ ਕੋਈ ਕੰਪਨੀ ਨੂੰ ਐਂ ਲੱਗਦਾ ਹੈ ਵੀ ਉਹਦੇ ਨਾਲ ਕਿਸੇ ਨੇ ਧੋਖਾ ਕੀਤਾ ਤਾਂ ਕੰਪਨੀ ਉਸ ਬੰਦੇ ਨੂੰ ਉਹਦੇ 'ਤੇ ਕੇਸ ਵੀ ਕਰ ਸਕਦੀ ਹੈ, ਠੀਕ ਹੈ। ਇਹਨੂੰ ਟੈਕਨੀਕਲ ਟਰਮ ਵਿੱਚ ਕਹਿੰਦੇ ਆ ਸਿਊ ਕਰਨਾ, ਠੀਕ ਹੈ। ਕੀ ਕਰਨਾ, ਸਿਊ ਕਰਨਾ। ਨੈਕਸਟ ਜਦੋਂ ਕਿਸੇ ਨੂੰ ਲੱਗਦਾ ਵੀ ਕੰਪਨੀ ਨੇ ਉਹਦੇ ਨਾਲ ਧੋਖਾ ਕੀਤਾ ਤਾਂ ਉਹ ਪਰਸਨ ਵੀ ਕੰਪਨੀ ਨੂੰ ਸਿਊ ਕਰ ਸਕਦਾ, ਠੀਕ ਹੈ। ਆ ਜਿਹੜੇ 'ਤੇ ਲਿਖਿਆ ਹੋਇਆ ਨਾ ਸਿਊ ਐਂਡ ਟੂ ਬੀ ਸਿਊਡ, ਠੀਕ ਹੈ, ਇਹ ਸੇਮ ਉਹੀ ਚੀਜ਼ ਹੀ ਲਿਖੀ ਹੋਈ ਹੈ ਕਿ ਕੇਸ ਕਰਨਾ ਜਾਂ ਕੇਸ ਹੋ ਜਾਣਾ, ਠੀਕ ਹੈ, ਸਿਊ ਐਂਡ ਟੂ ਬੀ ਸਿਊਡ। ਸੋ ਇਹ ਕੁਛ ਕੰਪਨੀ ਦੇ ਐਡਵਾਂਟੇਜਸ ਹੁੰਦੇ ਨੇ ਵੀ ਜੇ ਉਹ ਆਰਟੀਫਿਸ਼ਲ ਪਰਸਨ ਵੀ ਹੈ ਤਾਂ ਉਹ ਸਾਰੇ ਕੰਮ ਨੋਰਮਲ ਪਰਸਨ ਵਰਗੇ ਕਰ ਸਕਦੀ ਹੈ, ਠੀਕ ਹੈ। ਹੁਣ ਉਹ ਕਿਵੇਂ ਕੰਮ ਕਰਦੀ ਹੈ ਇਹ ਸਾਰੇ ਕੰਮ, ਉਹਦੀ ਜਿਹੜੀ ਡਾਇਰੈਕਟਰਸ ਹੁੰਦੇ ਨੇ ਨਾ, ਜਿਹੜੇ ਮੈਨੇਜਰਸ ਹੁੰਦੇ ਨੇ ਉਹਨਾਂ ਦੇ ਥਰੂ, ਠੀਕ ਹੈ। ਬਟ ਨਾਮ ਕਿਹਦਾ ਚੱਲਦਾ, ਕੰਪਨੀ ਦਾ ਹੀ ਚੱਲਦਾ, ਠੀਕ ਹੈ। ਅਤੇ ਨੈਕਸਟ ਦੇਖੋ ਰਾਜੇ ਇਹਦੇ ਵਿੱਚ ਜਿਹੜੇ ਕੰਪਨੀ ਦਾ ਓਨਰ ਹੁੰਦਾ, ਠੀਕ ਹੈ। ਹੁਣ ਜਿਵੇਂ ਸੋਲ ਪ੍ਰੋਪਰਾਈਟਰ ਹੈ, ਉਹਦਾ ਓਨਰ ਕੌਣ ਹੈ, ਸੋਲ ਪ੍ਰੋਪਰਾਈਟਰ, ਠੀਕ ਹੈ। ਸੋਲ ਪ੍ਰੋਪਰਾਈਟਰਸ਼ਿਪ ਦਾ ਓਨਰ ਹੁੰਦਾ ਸੋਲ ਪ੍ਰੋਪਰਾਈਟਰ, ਜਿਹੜੇ ਪਰਸਨ ਉਹਦਾ ਉਹ ਬਿਜ਼ਨਸ ਚਲਾਉਂਦਾ, ਠੀਕ ਹੈ, ਜਿਹਨੇ ਉਹਦੇ 'ਚ ਪੈਸਾ ਇਨਵੈਸਟ ਕੀਤਾ ਹੁੰਦਾ। ਸੇਮ ਵੇ ਨਾਲ ਪਾਰਟਨਰਸ਼ਿਪ ਦਾ ਓਨਰ ਕੌਣ ਹੁੰਦਾ, ਪਾਰਟਨਰਸ, ਜਿਨ੍ਹਾਂ ਨੇ ਉਹ 'ਚ ਪੈਸਾ ਲਾਇਆ ਹੁੰਦਾ ਅਤੇ ਪਾਰਟਨਰਸ਼ਿਪ ਦਾ ਕੰਮ ਕਰਦੇ ਆ, ਹੈ ਨਾ। ਬਟ ਜਦੋਂ ਆਪਾਂ ਰਾਜੇ ਕੰਪਨੀ ਦੀ ਗੱਲ ਕਰਦੇ ਹਾਂ ਨਾ, ਕੰਪਨੀ ਵਿੱਚ ਇਹ ਚੀਜ਼ ਜਿਹੜੀ ਓਨਰਸ਼ਿਪ ਐਂਡ ਮੈਨੇਜਮੈਂਟ ਵਾਲੀ ਹੈ ਇਹ ਡਿਫਰੈਂਟ ਹੁੰਦੀ ਹੈ। ਡਿਫਰੈਂਟ ਕਿਵੇਂ ਹੁੰਦੀ ਹੈ ਕਿ ਇਹਦੇ ਓਨਰਸ ਕੋਈ ਹੋਰ ਹੁੰਦੇ ਹੈ ਅਤੇ ਇਹਦੇ ਮੈਨੇਜਰਸ ਕੋਈ ਹੋਰ ਹੁੰਦੇ ਹੈ, ਠੀਕ ਹੈ। ਇਹਦੀ ਜਿਹੜੀ ਮਾਲਕੀਅਤ ਹੈ, ਠੀਕ ਹੈ, ਉਹ ਕਿਹਦੇ ਕੋਲ ਹੁੰਦੀ ਹੈ, ਜਿਹਦੇ ਕੋਲ ਕੰਪਨੀ ਦੇ ਸ਼ੇਅਰਸ ਹੁੰਦੇ ਨੇ, ਜਿਹਦੇ ਵਿੱਚ ਜਿਨ੍ਹਾਂ ਨੇ ਕੰਪਨੀ 'ਚ ਇਨਵੈਸਟ ਕੀਤਾ ਹੁੰਦਾ, ਪੈਸਾ ਲਾਇਆ ਹੁੰਦਾ, ਠੀਕ ਹੈ। ਬਟ ਜਿਹੜੀ ਇਹਦੀ ਕੰਪਨੀ ਨੂੰ ਚਲਾਉਣ ਵਾਲੇ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਮੈਨੇਜਰਸ ਜਾਂ ਬੋਰਡ ਆਫ ਡਾਇਰੈਕਟਰਸ, ਠੀਕ ਹੈ। ਉਹ ਕੌਣ ਹੁੰਦੇ ਨੇ, ਕੰਪਨੀ ਦੇ ਇੰਪਲੋਈਜ਼ ਹੁੰਦੇ ਨੇ ਇੱਕ ਤਰ੍ਹਾਂ ਦੇ, ਠੀਕ ਹੈ। ਸੋ
एंड ऑफ दिस पर्टिकुलर टॉपिक की है कि जिहड़ी कंपनी है ਉਹਦੇ ਵਿੱਚ दूसरी फॉर्म्स ऑफ बिजनेस नालों की डिफरेंस है कि जिहड़ी ओनरशिप है तो मैनेजमेंट है इन्हां दोवां विच डिफरेंस हुंदा है। मतलब ओनरशिप किसी होर कोल हुंदी है तो उन्नू मैनेज या चलाउंदा कोई होर है। ठीक है, हुण जिहड़े ओनर्स एंड मैनेजमेंट है इहदा ये अलग अलग हत्थां विच हुंदी है। मतलब पैसा किसी होर ने लगाया हुंदा है, वो पैसे नू यूज़ करके बिजनेस कोई होर करदा है। ठीक है, हुण तुहाडे दिमाग 'च मे बी ये क्वेश्चन आया होऊगा भी हाँ जे वो पैसा लगा रहे ने पर उन्होंने इस्तेमाल नहीं कर रहे तो वो पैसा लगा ही क्यों रहे ने, है ना। हुण लोकी की करते हैं कि शेयर कैपिटल 'च पैसा ला देंदे हैं। ठीक है, एक बारी उन्होंने पैसा इन्वेस्ट करता तो वो की करते हैं 1 साल वेट करते हैं, उन्होंने उहदे रिटर्न 'च की मिलता है, डिविडेंट मिलता है। सेम वे नाल जिवें आपां बैंक च कोई खाता खुला के उस FD करा दिए या फिर बैंक च वैसे कोई अमाउंट डिपॉजिट करा दिए, है ना, तो बैंक आपां नूं साल बाद की दिंदा उहदे ते इंटरस्ट दिंदा, है ना। वो इंटरस्ट की हुंदा भी आपां बैंक च पैसा रखिया तो बैंक ने आपां नूं उहदे ते इनकम दित्ती। ठीक है, सेम वे नाल राजे जदों ओनर जिहड़े शेयर होल्डर्स हुंदे ने या ओनर्स हुंदे ने कंपनी दे, वो कंपनी च पैसा इन्वेस्ट करते हैं तो उन्होंने उहदे बदले च की मिलता है, इंटरस्ट मिलता है। पर वो इंटरस्ट का नाम की हुंदा है, डिविडेंट। ठीक है, अगे तुसी सुनोगे इनू, कोई गल नहीं जे नवीं टर्म है तुहानू नहीं हजे कोप अप हो रहा, कोई गल नहीं, डिविडेंट तुसी अगे बहुत सुनोगे। ठीक है, चलो ये हो गया राजे कि डिफरेंस हुंदा है ओनरशिप च एंड मैनेजमेंट च। ठीक है, नैक्सट आपां करदे हैं राजे करैक्टरिस्टिक्स ऑफ अ कंपनी। वैसे तो मैनू लगता है सारे हो ही गए बट फिर भी एक बारी आपां डिस्कस कर लैंदे हैं। ठीक है, करैक्टरिस्टिक्स या फीचर्स ऑफ कंपनी। ठीक है, कि कंपनी विच किहड़ियां किहड़ियां चीज़ां हुंदियां ने। पहली गल तो यह राजे कि एक अलग परसन हुंदा है। ठीक है, डिस्टिंक्ट लीगल परसन, डिस्टिंक्ट लीगल परसन की अलग एक बंदा हुंदा है। इनू तुसी इहदे मैंबर्स नाल जोड़ के नहीं वेख सकते। ठीक है, जिवें कोई कंपनी है, सपोज करो कोई XYZ कंपनी है। ठीक है, उहदे ना मैंबर्स हैं राम श्याम ते सीता गीता। ठीक है, 4 जाने मैंबर्स आ उहदे। ते हुण जिहड़ी कंपनी है ना XYZ कंपनी है जिहड़ी, उहदी आइडेंटिटी अड्ड है। ठीक है, उहदे जिहड़े मैंबर्स हैं राम श्याम गीता, उन्हां दी आइडेंटिटी अलग है। ठीक है, मतलब जे कंपनी ने कोई सेल परचेज करनी है तो वो किहदे नाम ते होएगी, XY कंपनी दे, XYZ कंपनी के नाम ते होएगी। ठीक है, किसी राम या श्याम जिहड़े दे मैंबर्स हैं उन्हां दे नाम ते नहीं होएगी। नैक्सट देखो राजे, लाइबिलिटी ऑफ मैंबर इज़ लिमिटेड। लाइबिलिटी तो समझते हो ना सारे, देनदारी, है ना, कि देनदारी किन्नी है। हुण जिवें जिहड़ा सोल ट्रेडर हुंदे है या पार्टनर्स हुंदे हैं उन्हां दी देनदारी की हुंदी है, अनलिमिटेड हुंदी है ना। मतलब जिन्ना भी जे लॉस हो गया तो ओहदी देन दी जिम्मेवारी उन्हां दी हुंदी है, भावें किन्ना भी होवे। पर कंपनी दे केस च की हुंदा है राजे, जिहड़ी लाइबिलिटी हुंदी है ना वो लिमिटेड हुंदी है। लिमिटेड किवें हुंदी है, मतलब जिन्ना किसी ने पैसा कंपनी च लाउणा है। ठीक है, तो उन्ने दे शेयर खरीद लैंदा है, उन जिन्ने दे शेयर खरीदेगा सिर्फ उन्ने दी ही उहदी देनदारी है। ठीक है, सपोज हुण जिवें आपां राम की गल कीती सीगी, राम श्याम सीता गीता दी, तो जिहड़ा राम है ना उहदे कोल कैपेसिटी है 2 लाख रुपीज़ इन्वैसट करन दी। ठीक है, वो सोचदा भी मैं 2 लाख रुपया ला दिन्ना कंपनी च। तो हुण जे राम ने 2 लाख रुपया लाता तो कंपनी नूं सपोज कल नूं कोई नुकसान हो गया 3 लाख का, तो राम तो कंपनी किन्ना ही पैसा मंग सकती है, उन्ना ही जिन्ना राम ने इन्वैसट किया होया शेयर विच, किन्ना किया होया 2 लाख। ठीक है, वो जिहड़ा 3 लाख का लॉस होया उहदे लई राम कंपनी नूं किन्ना पैसा दे सकदा है, 2 लाख, क्योंकि राम ने उन्ना ही पैसा इन्वैसट करन दी गल कीती सी कंपनी कोल। ठीक है, सो कहण दा की भाव है कि जिन्ना पैसा तुसी कंपनी च लांदे हो तुहाडी जिहड़ी देनदारी है कंपनी वाल सिर्फ उन्ने दी ही हुंदी है। ठीक है, इत्थे राजा जिहड़े लिखिया होया ना फेस वैल्यू ऑफ शेयर। ठीक है, ये फेस वैल्यू ऑफ शेयर हुंदा है कि शेयर किन्ने दा।
ਠੀਕ ਹੈ। ਸ਼ੇਅਰ 10 ਰੁਪਏ ਦਾ ਹੈ, ਸ਼ੇਅਰ 100 ਰੁਪਏ ਦਾ ਹੈ, ਸ਼ੇਅਰ 1000 ਰੁਪਏ ਦਾ ਹੈ। ਇਹ ਜਿੰਨੇ ਦਾ ਵੀ ਸ਼ੇਅਰ ਹੋਏਗਾ ਨਾ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਉਹ ਸ਼ੇਅਰ ਦੀ ਕੀ ਹੈ, ਫੇਸ ਵੈਲਿਊ। ਠੀਕ ਹੈ, ਸ਼ੇਅਰ ਦੀ ਕੀ ਬਣ ਜਾਂਦੀ ਹੈ, ਫੇਸ ਵੈਲਿਊ। ਨੈਕਸਟ ਪੁਆਇੰਟ ਦੇਖੋ ਰਾਜੇ, ਇਹ ਤੁਸੀਂ ਨੋਟ ਕਰ ਲਓ, ਇਹ ਨਾ ਕਈ ਵਾਰੀ ਸ਼ਾਰਟ ਕੁਐਸਚਨ ਵੀ ਆ ਸਕਦਾ ਹੁੰਦਾ। ਪਰਪੈਚੁਅਲ ਸਕਸੈਸ਼ਨ। ਠੀਕ ਹੈ, ਆਹ ਦੇਖੋ ਦਿਖ ਰਿਹਾ ਨਾ, ਪਰਪੈਚੁਅਲ ਸਕਸੈਸ਼ਨ। ਠੀਕ ਹੈ, ਜਿਹੜਾ ਪਰਪੈਚੁਅਲ ਸਕਸੈਸ਼ਨ ਹੈ ਰਾਜੇ, ਇਹਦਾ ਕੀ ਮਤਲਬ ਹੁੰਦਾ ਹੈ ਕਿ ਜਿਹੜੇ ਮੈਂਬਰਸ ਨੇ ਕੰਪਨੀ ਦੇ, ਠੀਕ ਹੈ, ਉਹ ਭਾਵੇਂ ਆਉਣ ਭਾਵੇਂ ਜਾਣ, ਉਹਦੇ ਨਾਲ ਕੰਪਨੀ 'ਤੇ ਕੋਈ ਅਸਰ ਨਹੀਂ ਹੁੰਦਾ। ਠੀਕ ਹੈ, ਕੰਪਨੀ ਚੱਲਦੀ ਰਹਿੰਦੀ ਹੈ। ਕਿਉਂ? ਕਿਉਂਕਿ ਕੰਪਨੀ ਅਤੇ ਉਹਦੇ ਮੈਂਬਰਸ ਅਲੱਗ ਅਲੱਗ ਨੇ। ਠੀਕ ਹੈ, ਉਹਨਾਂ ਦਾ ਆਪਸ ਵਿੱਚ ਕੋਈ ਰੋਲ ਨਹੀਂ ਗਾ। ਠੀਕ ਹੈ, ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਕੰਪਨੀ ਦੇ ਸ਼ੇਅਰ ਟਰਾਂਸਫਰੇਬਲ ਨੇ, ਇੱਕ ਪਰਸਨ ਤੋਂ ਦੂਜੇ ਪਰਸਨ ਕੋਲ ਜਾ ਸਕਦੇ ਨੇ, ਹੈ ਨਾ। ਸੇਮ ਵੇ ਨਾਲ ਹੁਣ ਜਿਵੇਂ ਆਪਾਂ ਪਹਿਲਾਂ ਐਗਜ਼ਾਮਪਲ ਲਿੱਤੀ ਹੈ XYZ ਕੰਪਨੀ ਦੀ, ਠੀਕ ਹੈ, ਜਿਹਦੇ ਵਿੱਚ ਮੈਂਬਰਸ ਹੈ ਰਾਮ, ਸ਼ਾਮ, ਸੀਤਾ, ਗੀਤਾ। ਠੀਕ ਹੈ, ਰਾਮ ਨੂੰ ਲੱਗਦਾ ਹੈ ਵੀ ਮੈਂ ਹੁਣ ਇਸ ਕੰਪਨੀ 'ਚ ਹੋਰ ਟਾਈਮ ਨਹੀਂ ਲਾਉਣਾ, ਵੀ ਮੈਂ ਇਹ ਤੋਂ ਪੈਸਾ ਕਢਾ ਕੇ ਕਿਤੇ ਹੋਰ ਪੈਸਾ ਇਨਵੈਸਟ ਕਰਨਾ। ਠੀਕ ਹੈ, ਤਾਂ ਉਹਨੇ ਜਿਹੜਾ 2 ਲੱਖ ਰੁਪੀਜ਼ ਇਨਵੈਸਟ ਕੀਤੇ ਹੋਏ ਸੀਗੇ ਉਹ ਉੱਥੋਂ ਕੱਢ ਲਏਗਾ। ਠੀਕ ਹੈ, ਸਪੋਜ਼ ਉਹਨੇ ਸੇਲ ਕਰਤੇ ਉਹਨੂੰ, ਚੰਦਨ ਨੂੰ। ਠੀਕ ਹੈ, ਚੰਦਨ ਨੂੰ ਉਹਨੇ 2 ਲੱਖ ਰੁਪੀਜ਼ ਸੇਲ ਕਰਤੇ, ਸੌਰੀ ਸ਼ੇਅਰ ਜਿਹੜੇ ਸੀਗੇ ਉਹਦੇ 2 ਲੱਖ ਦੇ ਚੰਦਨ ਨੂੰ ਸੇਲ ਕਰਤੇ। ਹੁਣ ਚੰਦਨ ਬਣ ਗਿਆ ਮੈਂਬਰ ਕੰਪਨੀ ਦਾ। ਠੀਕ ਹੈ, ਹੁਣ ਮੈਂਬਰਸ ਕੌਣ ਕੌਣ ਹੋ ਗਏ ਕੰਪਨੀ ਦੇ? ਚੰਦਨ, ਸ਼ਾਮ, ਸੀਤਾ ਅਤੇ ਗੀਤਾ। ਠੀਕ ਹੈ, ਰਾਮ ਚਲਾ ਗਿਆ ਨਾ। ਹੁਣ ਰਾਮ ਦੇ ਰਹਿਣ ਨਾਲ ਜਾਂ ਜਾਣ ਨਾਲ ਕੰਪਨੀ 'ਤੇ ਕੋਈ ਅਸਰ ਨਹੀਂ ਪਵੇਗਾ। ਠੀਕ ਹੈ, ਇਹ ਜਿਹੜਾ ਕੰਪਨੀ 'ਤੇ ਕੋਈ ਅਸਰ ਨਹੀਂ ਪੈਂਦਾ ਕਿਸੇ ਦੇ ਆਉਣ ਜਾਂ ਜਾਣ ਨਾਲ, ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ ਕਿ ਕੰਪਨੀ ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ ਹੈ। ਇਹਨੂੰ ਆਪਾਂ ਪਰਟੀਕੂਲਰ ਪ੍ਰੋਪਰ ਵਰਡਸ ਕੀ ਕਹਿ ਦਿੰਦੇ ਹਾਂ, ਪਰਪੈਚੁਅਲ ਸਕਸੈਸ਼ਨ। ਠੀਕ ਹੈ, ਕਿ ਕਿਸੇ ਕੋਈ ਮੈਂਬਰ ਦੀ ਭਾਵੇਂ ਡੈਥ ਹੋ ਜੇ, ਭਾਵੇਂ ਉਹਦਾ ਐਕਸੀਡੈਂਟ ਹੋ ਜੇ, ਭਾਵੇਂ ਉਹ ਪੈਸਾ ਕੰਪਨੀ 'ਚੋਂ ਵਿਡਰੋਅ ਕਰਾ ਲੇ, ਆਪਣਾ ਸ਼ੇਅਰ ਕਿਸੇ ਹੋਰ ਨੂੰ ਦੇ ਦੇ। ਠੀਕ ਹੈ, ਉਹਦੇ ਨਾਲ ਕੰਪਨੀ 'ਤੇ ਕੋਈ ਵੀ ਅਸਰ ਨਹੀਂ ਹੈ। ਠੀਕ ਹੈ, ਕੰਪਨੀ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਠੀਕ ਹੈ, ਮਤਲਬ ਕਿਵੇਂ ਨਹੀਂ ਹੈ ਕਿ ਕੰਪਨੀ ਨੂੰ ਉਹ ਟ੍ਰਾਂਜੈਕਸ਼ਨ ਨਾਲ ਕੋਈ ਫ਼ਰਕ ਨਹੀਂ ਪੈਂਦਾ। ਕੰਪਨੀ ਦੀ ਆਪਣੀ ਪਰਪੈਚੁਅਲ ਸਕਸੈਸ਼ਨ ਹੁੰਦੀ ਹੈ, ਕਿਉਂਕਿ ਕੰਪਨੀ ਕੀ ਹੈ, ਇੱਕ ਤਰ੍ਹਾਂ ਦਾ ਅਲੱਗ ਪਰਸਨ ਹੈ। ਠੀਕ ਹੈ, ਆਪਣੇ ਮੈਂਬਰਸ ਤੋਂ, ਇਸ ਕਰਕੇ। ਨੈਕਸਟ ਦੇਖੋ ਰਾਜੇ, 4th ਪੁਆਇੰਟ ਹੈ ਜਿਹੜਾ ਇਹਦਾ, ਦ ਸ਼ੇਅਰ ਆਫ ਅ ਕੰਪਨੀ ਆਰ ਫਰੀਲੀ ਟਰਾਂਸਫਰੇਬਲ ਐਕਸੈਪਟ ਇਨ ਕੇਸ ਆਫ ਪ੍ਰਾਈਵੇਟ ਲਿਮਿਟਿਡ ਕੰਪਨੀ। ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜਿਹੜਾ ਰਾਮ ਹੈ ਉਹਨੇ ਆਪਣੇ ਸ਼ੇਅਰਸ ਕਿਹਨੂੰ ਵੇਚਤੇ? ਚੰਦਨ ਨੂੰ। ਠੀਕ ਹੈ, ਤਾਂ ਜਿਹੜੇ ਸ਼ੇਅਰਸ ਹੁੰਦੇ ਆ ਕੰਪਨੀ ਦੇ ਰਾਜੇ, ਉਹ ਆਪਾਂ ਖਰੀਦ ਵੇਚ ਸਕਦੇ ਹਾਂ। ਠੀਕ ਹੈ, ਅਤੇ ਕਿੰਨੀ ਵੀ ਟਾਈਮ ਖਰੀਦ ਵੇਚ ਸਕਦੇ ਹਾਂ, ਇਹਦੇ 'ਤੇ ਕੋਈ ਲਿਮਿਟ ਨਹੀਂ ਗੀ ਵੀ ਤੁਸੀਂ ਇੰਨੀ ਵਾਰੀ ਹੀ ਖਰੀਦ ਸਕਦੇ ਹੋ ਜਾਂ ਵੇਚ ਸਕਦੇ ਹੋ। ਠੀਕ ਹੈ, ਹੁਣ ਜਿਵੇਂ ਸਪੋਜ਼ ਕਰੋ ਰਾਮ ਹੈ, ਰਾਮ ਨੂੰ ਨਾ 50,000 ਰੁਪੀਜ਼ ਦੀ ਜ਼ਰੂਰਤ ਸੀਗੀ, ਉਹਨੂੰ ਕਿਤੋਂ ਅਰੇਂਜ ਨਹੀਂ ਸੀ ਹੋ ਰਹੇ। ਤਾਂ ਉਹ ਕੀ ਸੋਚਦਾ ਵੀ ਜਿਹੜੇ ਮੇਰੇ 2 ਲੱਖ ਕੰਪਨੀ 'ਚ ਲਾਇਆ ਹੋਇਆ ਹੈ ਨਾ, ਵੀ ਚੱਲ ਮੈਂ ਉਹਦੇ ਜਿਹੜੇ 50,000 ਦੇ ਸ਼ੇਅਰਸ ਨੇ ਉਹ ਵੇਚ ਦਿੰਦਾ, ਅਤੇ ਮੇਰੇ ਕੋਲ 50,000 ਪੈਸਾ ਆ ਜਾਊਗਾ ਅਤੇ ਮੈਂ ਯੂਜ਼ ਕਰ ਲੂੰਗਾ, ਹੈ ਨਾ। ਅਤੇ ਹੁਣ ਜੇ ਰਾਮ 50,000 ਦੇ ਸ਼ੇਅਰਸ ਸ਼ਾਮ ਨੂੰ ਚੰਦਨ ਨੂੰ ਵੇਚ ਦੂਗਾ, ਠੀਕ ਹੈ, ਤਾਂ ਕੰਪਨੀ ਦੀ ਜਿਹੜੀ ਓਨਰਸ਼ਿਪ ਹੈ ਰਾਮ ਕੋਲੋਂ ਕਿੰਨੇ ਦੀ ਰਹਿ ਜਾਊਗੀ? 2 ਲੱਖ ਤੋਂ 1,50,000, ਅਤੇ ਚੰਦਨ ਕੋਲ ਕਿੰਨੀ ਆ ਜਾਊਗੀ? 50,000 ਦੀ। ਠੀਕ ਹੈ, ਸੋ ਇਹੀ ਚੀਜ਼ ਹੈ ਕਿ ਜਿਹੜੀ ਕੰਪਨੀ ਹੁੰਦੀ ਹੈ ਉਹਦੇ ਸ਼ੇਅਰਸ ਆਪਾਂ ਟਰਾਂਸਫਰ ਕਰ ਸਕਦੇ ਹਾਂ ਕਿਸੇ ਹੋਰ ਨੂੰ। ਠੀਕ ਹੈ, ਬਟ ਸੇਮ ਚੀਜ਼ ਆਪਾਂ ਪਾਰਟਨਰਸ਼ਿਪ 'ਚ ਨਹੀਂ ਕਰ ਸਕਦੇ ਹੁੰਦੇ। ਠੀਕ ਹੈ, ਯਾਦ ਹੈ ਨਾ ਕਿ ਆਪਾਂ ਸ਼ੇਅਰਸ ਨਹੀਂ ਟਰਾਂਸਫਰ ਕਰ ਸਕਦੇ, ਆਪਣੀ ਕੈਪੀਟਲ ਨਹੀਂ ਟਰਾਂਸਫਰ ਕਰ ਸਕਦੇ ਪਾਰਟਨਰਸ਼ਿਪ 'ਚ ਕਿਸੇ ਦੂਜੇ ਪਾਰਟਨਰ ਤੋਂ ਪੁੱਛੇ ਬਗੈਰ, ਹੈ ਨਾ। ਚਲੋ, ਅਤੇ ਇਹਦੇ ਵਿੱਚ ਐਕਸੈਪਸ਼ਨ ਕੀ ਹੈ ਰਾਜੇ ਇਸ ਪੁਆਇੰਟ ਵਿੱਚ, ਕਿ ਜਿਹੜੀ ਪ੍ਰਾਈਵੇਟ ਲਿਮਿਟਿਡ ਕੰਪਨੀ ਹੁੰਦੀ ਹੈ। ਠੀਕ ਹੈ, ਆਪਾਂ ਅੱਗੇ ਟਾਈਪਸ ਆਫ ਕੰਪਨੀਜ਼ ਕਰਾਂਗੇ, ਉਹਦੇ ਵਿੱਚ ਤੁਸੀਂ ਪੜ੍ਹੋਗੇ ਕਿ ਇੱਕ ਪਬਲਿਕ ਕੰਪਨੀ ਹੁੰਦੀ ਹੈ, ਇੱਕ ਪ੍ਰਾਈਵੇਟ ਕੰਪਨੀ ਹੁੰਦੀ ਹੈ। ਠੀਕ ਹੈ, ਅਤੇ ਜਿਹੜੀ ਪ੍ਰਾਈਵੇਟ ਲਿਮਿਟਿਡ ਕੰਪਨੀ ਹੁੰਦੀ ਹੈ ਰਾਜੇ, ਇਹਦੇ ਜਿਹੜੇ ਸ਼ੇਅਰਸ ਹੁੰਦੇ ਨੇ ਉਹ ਆਪਾਂ ਟਰਾਂਸਫਰ ਨਹੀਂ ਕਰ ਸਕਦੇ। ਠੀਕ ਹੈ, ਜਿਹੜੀ ਪਬਲਿਕ ਲਿਮਿਟਿਡ ਕੰਪਨੀ ਹੁੰਦੀ ਹੈ ਉਹਦੇ ਹੀ ਸ਼ੇਅਰ ਟਰਾਂਸਫਰ ਹੋ ਸਕਦੇ ਨੇ। ਜਿਹੜੀ ਪ੍ਰਾਈਵੇਟ ਲਿਮਿਟਿਡ ਕੰਪਨੀ ਹੁੰਦੀ ਹੈ ਉਹਦੇ ਸ਼ੇਅਰਸ ਆਪਾਂ ਟਰਾਂਸਫਰ ਜੇ ਨਹੀਂ ਕਰ ਸਕਦੇ। ਠੀਕ ਹੈ, ਜੇ XYZ ਕਿਹੜੀ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ
ਤਾਂ ਰਾਮਚੰਦਰ ਨੂੰ 50,000 ਦੇ ਸ਼ੇਅਰਸ ਟ੍ਰਾਂਸਫਰ ਨਹੀਂ ਕਰ ਸਕਦਾ। ਨੈਕਸਟ ਦੇਖੋ ਰਾਜੇ, ਕੰਪਨੀ ਬੀਇੰਗ ਅ ਲੀਗਲ ਪਰਸਨ ਇਜ਼ ਕੈਪੇਬਲ ਆਫ ਓਨਿੰਗ, ਇੰਜੋਇੰਗ ਐਂਡ ਡਿਸਪੋਜ਼ਿੰਗ ਦ ਪ੍ਰੋਪਰਟੀ ਇਨ ਇਟਸ ਓਨ ਨੇਮ। ਇਹ ਪੁਆਇੰਟ ਤਾਂ ਆਪਾਂ ਕਰ ਹੀ ਲਿਆ ਹੈ ਨਾ, ਕਿ ਕੰਪਨੀ ਇੱਕ ਲੀਗਲ ਪਰਸਨ ਹੈ, ਠੀਕ ਹੈ, ਲਾਅ ਦੀਆਂ ਨਜ਼ਰਾਂ 'ਚ ਬਣਿਆ ਹੋਇਆ, ਉਹਦੇ ਕੋਲ ਇਹ ਰਾਈਟਸ ਹੁੰਦੇ ਆ, ਠੀਕ ਹੈ, ਉਹਦੀ ਇੰਨੀ ਕਪੈਸਿਟੀ ਹੁੰਦੀ ਹੈ ਕਿ ਮਤਲਬ ਉਹ ਇੰਨੀ ਕੁ ਉਹਦੀ ਕਾਬਲੀਅਤ ਹੁੰਦੀ ਹੈ ਕਿ ਉਹ ਆਪਣੇ ਨਾਮ 'ਤੇ ਚੀਜ਼ਾਂ ਖਰੀਦ ਸਕਦੀ ਹੈ, ਐਸਿਡਸ ਲੈ ਸਕਦੀ ਹੈ, ਆਪਣੇ ਨਾਮ 'ਤੇ ਉਧਾਰ ਲੈ ਸਕਦੀ ਹੈ, ਲਾਇਬਿਲਿਟੀਜ਼ ਲੈ ਸਕਦੀ ਹੈ, ਠੀਕ ਹੈ, ਸੇਲ ਪਰਚੇਜ਼ ਕਰ ਸਕਦੀ ਹੈ, ਬੈਂਕ ਅਕਾਊਂਟ ਓਪਨ ਕਰਵਾ ਸਕਦੀ ਹੈ, ਠੀਕ ਹੈ। ਸਾਰਾ ਕੁਛ ਕਿਹਦੇ ਨਾਂ 'ਤੇ ਹੁੰਦਾ? ਕੰਪਨੀ ਦੇ ਨਾਮ 'ਤੇ, ਠੀਕ ਹੈ। ਨੈਕਸਟ ਦੇਖੋ, ਕੰਪਨੀ ਬੀਇੰਗ ਅ ਸੈਪਰੇਟ ਬੋਡੀ ਕੈਨ ਬੀ ਸਿਊਡ ਐਂਡ ਬੀ ਸਿਊਡ ਇਨ ਇਟਸ ਓਨ ਨੇਮ, ਕਿ ਜਿਹੜੀ ਕੰਪਨੀ ਹੁੰਦੀ ਹੈ ਉਹ ਕਿਸੇ ਹੋਰ ਜੇ ਉਹਨੂੰ ਲੱਗਦਾ ਕਿ ਕੋਈ ਉਹਦੇ ਨਾਲ ਧੋਖਾ ਕਰ ਰਿਹਾ ਤਾਂ ਉਹਦੇ ਤੋਂ ਕੋਰਟ ਕੇਸ ਕਰ ਸਕਦੀ ਹੈ। ਜੇ ਕਿਸੇ ਪਰਸਨ ਨੂੰ, ਹੋਰ ਪਰਸਨ ਨੂੰ ਲੱਗਦਾ ਜਾਂ ਕਿਸੇ ਹੋਰ ਕੰਪਨੀ ਨੂੰ ਲੱਗਦਾ ਵੀ ਉਹ ਕੰਪਨੀ ਉੱਤੇ ਧੋਖਾ ਕਰ ਰਹੀ ਹੈ ਤਾਂ ਉਹਨੂੰ ਵੀ ਕੋਰਟ ਕੇਸ ਉਹਦੇ 'ਤੇ ਕੀਤਾ ਜਾ ਸਕਦਾ। ਇਹਦੇ ਲਈ ਆਪਾਂ ਟਰਮ ਕੀ ਯੂਜ਼ ਕਰਦੇ ਹਾਂ, ਠੀਕ ਹੈ, ਇਹਦੇ ਲਈ ਲੀਗਲ ਟਰਮ ਕੀ ਯੂਜ਼ ਹੁੰਦੀ ਹੈ? ਸਿਊ। ਤੁਸੀਂ ਬਿਜ਼ਨਸ ਲਾਅ 'ਚ ਪੜ੍ਹੀ ਹੋਊਗੀ ਹੈ ਨਾ, ਫਸਟ ਈਅਰ 'ਚ, ਸਿਊ ਟਰਮ ਹੈ ਨਾ, ਇਹ ਉਹੀ ਸੇਮ ਹੀ ਹੈ, ਠੀਕ ਹੈ, ਕਿ ਕੰਪਨੀ ਸਿਊ ਕਰ ਵੀ ਸਕਦੀ ਹੈ ਅਤੇ ਕੰਪਨੀ ਨੂੰ ਵੀ ਕੋਈ ਸਿਊ ਕਰ ਸਕਦਾ। ਕਿਹਦੇ ਨਾਮ 'ਤੇ? ਕੰਪਨੀ ਦੇ ਨਾਮ 'ਤੇ। ਹੁਣ ਜਿਵੇਂ XYZ ਹੈ, ਠੀਕ ਹੈ, ਉਹਦਾ ਕੋਈ ਕ੍ਰੈਡੀਟਰ ਹੈ ਜਿਹਦੇ XYZ ਕੰਪਨੀ ਨੇ ਪੈਸੇ ਨਹੀਂ ਮੋੜੇ ਅਤੇ ਉਹ ਕ੍ਰੈਡੀਟਰ ਕੀ ਹੈ, ਉਹਦੇ 'ਤੇ ਜਾ ਕੇ ਕੋਰਟ ਕੇਸ ਕਰ ਦੇਵੇ, ਠੀਕ ਹੈ, ਤਾਂ ਉਹ ਕਿਹਦੇ ਨਾਮ 'ਤੇ ਕੋਰਟ ਕੇਸ ਹੋਊਗਾ? XYZ ਕੰਪਨੀ ਦੇ ਨਾਮ 'ਤੇ ਕੋਰਟ ਕੇਸ ਹੋਊਗਾ। ਰਾਮ, ਸ਼ਾਮ, ਸੀਤਾ, ਗੀਤਾ ਦੇ ਨਾਮ 'ਤੇ ਨਹੀਂ ਹੋਊਗਾ। ਕਿਹਦੇ ਨਾਮ 'ਤੇ ਹੋਏਗਾ? ਕੰਪਨੀ ਦੇ ਨਾਮ 'ਤੇ, ਠੀਕ ਹੈ, XYZ ਕੰਪਨੀ ਦੇ ਨਾਮ 'ਤੇ। ਨੈਕਸਟ ਦੇਖੋ ਰਾਜੇ, ਕੰਪਨੀ ਇੱਕ ਆਰਟੀਫਿਸ਼ੀਅਲ ਪਰਸਨ ਹੁੰਦੀ ਹੈ, ਠੀਕ ਹੈ, ਇਹ ਤਾਂ ਆਪਾਂ ਕਰ ਹੀ ਲਿਆ ਕਿ ਕੰਪਨੀ ਕੋਈ ਨੋਰਮਲ ਹਿਊਮਨ ਬੀਇੰਗ ਨਹੀਂ ਹੁੰਦੀ ਜਿਹਦੇ ਵਿੱਚ ਮਾਸ, ਹੱਡੀਆਂ ਜਾਂ ਖੂਨ ਹੁੰਦਾ ਹੈ। ਇਹ ਇੱਕ ਆਰਟੀਫਿਸ਼ੀਅਲ ਪਰਸਨ ਹੁੰਦੀ ਹੈ। ਆਰਟੀਫਿਸ਼ੀਅਲ ਪਰਸਨ ਹੋਣ ਦੇ ਨਾਲ ਨਾਲ ਰਾਜੇ ਇਹ ਮਤਲਬ ਇਹਦਾ ਕੰਮ ਕੌਣ ਕਰਕੇ ਦਿੰਦਾ? ਜਿਹੜੇ ਨੋਰਮਲ ਪਰਸਨਸ ਹੁੰਦੇ ਨੇ, ਠੀਕ ਹੈ, ਲਿਵਿੰਗ ਬੀਇੰਗਸ ਹੁੰਦੇ ਨੇ, ਉਹ ਕਰਕੇ ਦਿੰਦੇ ਨੇ। ਉਹਨਾਂ ਨੂੰ ਆਪਾਂ ਕੰਪਨੀ ਦਾ ਕੀ ਕਹਿੰਦੇ ਹਾਂ? ਡਾਇਰੈਕਟਰਸ ਜਾਂ ਮੈਨੇਜਰਸ, ਠੀਕ ਹੈ। ਕੀ ਕੌਣ ਹੁੰਦੇ ਨੇ ਉਹ ਕੰਪਨੀ ਦੇ? ਡਾਇਰੈਕਟਰਸ ਔਰ ਮੈਨੇਜਰਸ। ਹੁਣ ਜਿਵੇਂ ਕੰਪਨੀ ਆਰਟੀਫਿਸ਼ੀਅਲ ਪਰਸਨ ਹੈ, ਠੀਕ ਹੈ, ਉਹ ਇਨਵਿਜ਼ੀਬਲ ਹੈ, ਠੀਕ ਹੈ, ਇਨਟੈਂਜੀਬਲ ਹੈ, ਤਾਂ ਹੁਣ ਆਪ ਤਾਂ ਉਹ ਬੈਂਕ ਜਾਊਗੀ ਨਹੀਂ, ਹੈ ਨਾ, ਬਟ ਉਹਦੇ ਲਈ ਬੈਂਕ ਕੌਣ ਜਾਏਗਾ? ਉਹਦੇ ਜਿਹੜੇ ਇੰਪਲੋਈਜ਼ ਨੇ, ਜਿਹੜੇ ਕੰਪਨੀ 'ਚ ਕੰਮ ਕਰ ਰਹੇ ਨੇ, ਠੀਕ ਹੈ, ਮੈਨੇਜਰਸ, ਡਾਇਰੈਕਟਰਸ, ਇੰਪਲੋਈਜ਼, ਠੀਕ ਹੈ। ਅਤੇ ਇਹਦੇ ਵਿੱਚ ਨੈਕਸਟ ਪੁਆਇੰਟ ਉਹੀ ਹੈ ਰਾਜੇ, ਓਨਰਸ਼ਿਪ ਐਂਡ ਮੈਨੇਜਮੈਂਟ ਵਾਲਾ, ਕਿ ਇਹਦੇ ਕੰਪਨੀ ਵਿੱਚ ਜਿਹੜੀ ਮਾਲਕੀਅਤ ਹੁੰਦੀ ਹੈ ਅਤੇ ਕੰਮ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਅਲੱਗ-ਅਲੱਗ ਲੋਕਾਂ ਦੀ ਹੁੰਦੀ ਹੈ, ਠੀਕ ਹੈ, ਅਨਲਾਈਕ ਪਾਰਟਨਰਸ਼ਿਪ, ਕਿ ਪੈਸਾ ਵੀ ਜਿੰਨੇ ਇਨਵੈਸਟ ਕੀਤਾ ਉਹੀ ਕੰਮ ਕਰੇ। ਕੰਪਨੀ 'ਚ ਕੀ ਹੁੰਦਾ ਹੈ ਕਿ ਪੈਸਾ ਕਿਸੇ ਹੋਰ ਦਾ ਹੁੰਦਾ, ਉਹਨੂੰ ਇਸਤੇਮਾਲ ਕਰਕੇ ਬਿਜ਼ਨਸ ਕੋਈ ਹੋਰ ਕਰਦਾ, ਠੀਕ ਹੈ, ਜਿਹਦਾ ਪੈਸਾ ਹੁੰਦਾ, ਠੀਕ ਹੈ, ਉਹਨਾਂ ਨੇ ਕੀ ਇਨਵੈਸਟ ਕੀਤੀ ਹੋਈ ਹੈ? ਕੈਪੀਟਲ। ਉਹਨੂੰ ਕੀ ਕਿਹਾ ਜਾਂਦਾ ਹੈ? ਸ਼ੇਅਰ ਕੈਪੀਟਲ, ਠੀਕ ਹੈ। ਸ਼ੇਅਰ ਕੈਪੀਟਲ ਕਿਹਨਾਂ ਦੀ ਹੁੰਦੀ ਹੈ? ਸ਼ੇਅਰ ਹੋਲਡਰਸ ਦੀ। ਸੋ ਸ਼ੇਅਰ ਹੋਲਡਰਸ ਕੌਣ ਹੁੰਦੇ ਨੇ? ਰੀਅਲ ਓਨਰਸ ਆਫ ਦ ਕੰਪਨੀ। ਰੀਅਲ ਓਨਰਸ ਕੌਣ ਹੁੰਦੇ ਆ ਕੰਪਨੀ ਦੇ? ਸ਼ੇਅਰ ਹੋਲਡਰਸ, ਠੀਕ ਹੈ। ਉਸ ਤੋਂ ਬਾਅਦ ਕੰਪਨੀ ਦਾ ਕੰਮ ਕਰਦਾ ਕੌਣ ਆ? ਠੀਕ ਹੈ, ਉਹ ਪੈਸਾ ਯੂਜ਼ ਕਰਕੇ ਉਹਦੇ ਨਾਲ ਬਿਜ਼ਨਸ ਕਰਕੇ ਪ੍ਰੋਫਿਟ ਕੌਣ ਅਰਨ ਕਰਦਾ? ਮੈਨੇਜਮੈਂਟ, ਠੀਕ ਹੈ, ਮੈਨੇਜਰਸ, ਜਿਨ੍ਹਾਂ ਨੂੰ ਆਪਾਂ ਬੋਰਡ ਆਫ ਡਾਇਰੈਕਟਰਸ ਕਹਿੰਦੇ ਹਾਂ, ਠੀਕ ਹੈ। ਤੁਸੀਂ ਬਿਜ਼ਨਸ ਮੈਨੇਜਮੈਂਟ ਤੁਹਾਨੂੰ ਅਨੂ ਮੈਮ ਕਰਾਉਣਗੇ ਨਾ, ਫਿਰ ਉਹ ਤੁਸੀਂ ਇਹ ਚੀਜ਼ਾਂ ਜ਼ਿਆਦਾ ਡਿਟੇਲ 'ਚ ਪੜ੍ਹੋਗੇ ਕਿ ਬੋਰਡ ਆਫ ਡਾਇਰੈਕਟਰਸ ਕੌਣ ਹੁੰਦੇ ਹੈ, ਮੈਨੇਜਰਸ ਕਿਹੜੇ ਹੁੰਦੇ ਹੈ, CFO CEO ਕੌਣ ਹੁੰਦੇ ਆ। ਅੱਛਾ, ਹੁਣ ਮੈਂ ਤੁਹਾਨੂੰ ਓਨਰਸ਼ਿਪ 'ਚ ਤਾਂ ਦੱਸਤਾ ਸੀਗਾ ਕਿ ਇਹ ਜਿਹੜਾ ਪੈਸਾ ਇਨਵੈਸਟ ਕਰਦੇ ਆ ਉਹਨਾਂ ਨੂੰ ਉਹਦੇ ਹੈ ਨਾ, ਉਹਦੇ ਰਿਟਰਨ 'ਚ ਇਹਨਾਂ ਨੂੰ ਕੀ ਮਿਲਦਾ? ਡਿਵੀਡੈਂਟ ਮਿਲਦਾ, ਠੀਕ ਹੈ, ਕਾਈਂਡ ਆਫ ਇੰਟਰਸਟ, ਕਿ ਉਹਨਾਂ ਨੇ ਪੈਸਾ ਲਾਇਆ ਅਤੇ ਉਹਨਾਂ ਨੂੰ ਉਹਦੇ 'ਤੇ ਕੀ ਮਿਲ ਗਿਆ? ਵਿਆਜ, ਠੀਕ ਹੈ। ਉਹ ਵਿਆਜ ਨੂੰ ਆਪਾਂ ਕੰਪਨੀ ਦੀ ਲੈਂਗੁਏਜ 'ਚ ਕੀ ਕਹਿੰਦੇ ਆ? ਡਿਵੀਡੈਂਟ, ਠੀਕ ਹੈ, DIVIDEND, ਡਿਵੀਡੈਂਟ। ਨੈਕਸਟ ਦੇਖੋ ਰਾਜੇ, ਜਿਹੜੇ ਮੈਨੇਜਰਸ ਹੁੰਦੇ ਨੇ ਜਾਂ ਮੈਨੇਜਮੈਂਟ ਹੁੰਦੀ ਹੈ, ਉਹਨਾਂ ਨੂੰ ਰਿਟਰਨ ਵਿੱਚ ਕੀ ਮਿਲਦਾ? ਜਿਹੜਾ ਉਹ ਕੰਮ ਕਰਦੇ ਨੇ ਉਹਨਾਂ ਨੂੰ ਮਿਲਦੀ ਹੈ ਸੈਲਰੀ, ਠੀਕ ਹੈ, ਸੈਲਰੀ, ਕਮਿਸ਼ਨ, ਬੋਨਸ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਤੁਸੀਂ ਕਿਹਦੇ 'ਚ ਪੜ੍ਹੋਗੇ? ਇਨਕਮ ਟੈਕਸ 'ਚ, ਠੀਕ ਹੈ। ਇਨਕਮ ਟੈਕਸ 'ਚ ਅਲੱਗ ਤੋਂ ਤੁਹਾਨੂੰ ਇੱਕ
ਵੱਡਾ ਸਾਰਾ ਚੈਪਟਰ ਆਊਗਾ ਸੈਲਰੀ ਦਾ, ਉਹਦੇ ਵਿੱਚ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਕਿ ਸੈਲਰੀ, ਬੋਨਸ, ਕਮਿਸ਼ਨ, ਇਹਨਾਂ ਵਿੱਚ ਕੀ ਡਿਫਰੈਂਸ ਹੁੰਦਾ। ਠੀਕ ਹੈ, ਸੋ ਮੈਨੇਜਮੈਂਟ ਨੂੰ ਕੀ ਮਿਲਦਾ? ਸੈਲਰੀ, ਬੋਨਸ, ਅਤੇ ਓਨਰਸ਼ਿਪ ਜਿਹੜੀ ਹੁੰਦੀ ਹੈ, ਜਿਹੜੇ ਸ਼ੇਅਰ ਹੋਲਡਰਸ ਹੁੰਦੇ ਨੇ ਉਹਨਾਂ ਨੂੰ ਕੀ ਮਿਲਦਾ? ਡਿਵੀਡੈਂਡ। ਠੀਕ ਹੈ, ਨੈਕਸਟ ਦੇਖੋ ਰਾਜੇ, ਇਟ ਇਜ਼ ਅ ਵਲੰਟੀਅਰ ਐਸੋਸੀਏਸ਼ਨ ਆਫ ਪਰਸਨਸ ਫੋਰਮਡ ਯੂਜ਼ਲੀ ਫॉर ਪ੍ਰੋਫਿਟ। ਜਿਹੜੀ ਕੰਪਨੀ ਹੁੰਦੀ ਹੈ ਰਾਜੇ, ਉਹ ਕਾਹਦੇ ਲਈ ਬਣਾਈ ਜਾਂਦੀ ਹੈ? ਠੀਕ ਹੈ, ਉਹਨੂੰ ਬਣਾਉਂਦਾ ਕੌਣ ਹੈ ਵੈਸੇ? ਗਰੁੱਪ ਆਫ ਪਰਸਨਸ, ਇਕੱਠੇ ਹੋ ਕੇ, ਕੁਛ ਲੋਕ ਇਕੱਠੇ ਹੋ ਕੇ ਬਣਾਉਂਦੇ ਹੈ। ਠੀਕ ਹੈ, ਆਪਣੀ ਮਰਜ਼ੀ ਨਾਲ ਇਕੱਠੇ ਹੁੰਦੇ ਹੈ, ਬਣਾਉਂਦੇ ਹੈ, ਸੋਚਦੇ ਆ ਵੀ ਆਪਾਂ ਇਹ ਕੰਮ ਕਰਦੇ ਹਾਂ ਹੁਣ। ਠੀਕ ਹੈ, ਉਹ ਕੰਮ ਕੀ ਹੁੰਦਾ? ਬਿਜ਼ਨਸ ਹੁੰਦਾ ਮੋਸਟਲੀ। ਠੀਕ ਹੈ, ਬਿਜ਼ਨਸ ਹੈ ਤਾਂ ਬਿਜ਼ਨਸ ਕਰਕੇ ਉਹਨਾਂ ਨੂੰ ਕੀ ਮਿਲੂਗਾ? ਪ੍ਰੋਫਿਟ। ਸੋ ਜਿਹੜੇ ਪਰਸਨਸ ਇਕੱਠੇ ਹੋ ਕੇ ਕੰਮ ਕਰਦੇ ਹੈ, ਉਹਨਾਂ ਦਾ ਜਿਹੜਾ ਗੋਲ ਹੁੰਦਾ ਜਾਂ ਓਬਜੈਕਟਿਵ ਹੁੰਦਾ, ਉਹ ਕੀ ਹੁੰਦਾ? ਵੀ ਉਹਨਾਂ ਨੇ ਪ੍ਰੋਫਿਟ ਅਰਨ ਕਰਨਾ। ਠੀਕ ਹੈ, ਉਹ ਜਿਹੜਾ ਪ੍ਰੋਫਿਟ ਅਰਨ ਕਰਦੇ ਉਹਨੂੰ ਆਪਾਂ ਕੀ ਕਹਿੰਦੇ ਹਾਂ? ਨੈਟ ਪ੍ਰੋਫਿਟ। ਠੀਕ ਹੈ, ਜਿਹੜਾ ਤੁਸੀਂ ਫਸਟ ਈਅਰ 'ਚ ਫਾਈਂਡ ਆਊਟ ਕਰਦੇ ਹੁੰਦੇ ਸੀ ਨਾ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ, ਨੈਟ ਪ੍ਰੋਫਿਟ, ਗ੍ਰੋਸ ਪ੍ਰੋਫਿਟ, ਹੈ ਨਾ, ਸੇਮ ਚੀਜ਼। ਚਲੋ, ਇਹ ਪੁਆਇੰਟ 'ਚ ਕੀ ਹੈ ਕਿ ਪਰਸਨਸ ਇਕੱਠੇ ਹੁੰਦੇ ਹੈ। ਠੀਕ ਹੈ, ਉਹਨਾਂ ਦੇ ਐਸੋਸੀਏਸ਼ਨ ਹੁੰਦੀ ਹੈ, ਬਿਜ਼ਨਸ ਕਰਨ ਲਈ ਇਕੱਠੇ ਹੁੰਦੇ ਆ, ਆਪਣੀ ਮਰਜ਼ੀ ਨਾਲ ਇਕੱਠੇ ਹੁੰਦੇ ਆ, ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾਂਦਾ। ਠੀਕ ਹੈ, ਅਤੇ ਉਹਨਾਂ ਦਾ ਗੋਲ ਕੀ ਹੁੰਦਾ? ਕਿ ਉਹਨਾਂ ਨੇ ਪ੍ਰੋਫਿਟ ਅਰਨ ਕਰਨਾ। ਲਾਸਟ ਪੁਆਇੰਟ ਦੇਖੋ ਰਾਜੇ, ਇਹਦੇ ਵਿੱਚ ਅ ਕੰਪਨੀ ਕੈਨ ਬਾਏ ਇਟਸ ਓਨ ਸ਼ੇਅਰ ਅੰਡਰ ਸਰਟਨ ਕੰਡੀਸ਼ਨਸ। ਠੀਕ ਹੈ, ਜਿਹੜੀ ਕੰਪਨੀ ਹੁੰਦੀ ਹੈ ਰਾਜੇ, ਉਹ ਜਿਹੜੇ ਉਹਦੇ ਸ਼ੇਅਰਸ ਹੁੰਦੇ ਨੇ, ਹੈ ਨਾ, ਜਿਹੜੇ ਕਿਹਦੇ ਕੋਲ ਹੁੰਦੇ ਨੇ? ਸ਼ੇਅਰ ਹੋਲਡਰਸ ਕੋਲ, ਉਹ ਆਪ ਵੀ ਲੈ ਸਕਦੀ ਹੈ। ਆਪ ਵੀ ਲੈ ਸਕਦੀ ਹੈ ਕਿਵੇਂ? ਮਤਲਬ ਕਿ ਕੰਪਨੀ ਦਾ ਆਪਦਾ ਨਾਮ ਹੈ। ਠੀਕ ਹੈ, ਕੰਪਨੀ ਕੋਲ ਆਪਣਾ ਬੈਂਕ ਅਕਾਊਂਟ ਹੈ, ਆਪਣੀ ਐਸੈਟ ਜਾਂ ਲਾਇਬਿਲਿਟੀਜ਼ ਹੈ, ਤਾਂ ਉਹਨਾਂ ਚੀਜ਼ਾਂ ਨੂੰ ਉਹ ਯੂਜ਼ ਕਰਕੇ ਆਪਣੇ ਸ਼ੇਅਰਸ ਆਪ ਵੀ ਖਰੀਦ ਸਕਦੀ ਹੈ। ਠੀਕ ਹੈ, ਬਟ ਦੇਖੋ ਇਹ ਅੱਗੇ ਲਿਖਿਆ ਅੰਡਰ ਸਰਟਨ ਸਰਕਮਸਟਾਂਸਿਸ। ਸਰਟਨ ਸਰਕਮਸਟਾਂਸਿਸ ਉਹ ਹੁੰਦੀਆਂ ਨੇ ਰਾਜੇ, ਤੁਹਾਨੂੰ AOA ਯਾਦ ਹੈ ਨਾ, ਆਰਟੀਕਲਸ ਆਫ ਐਸੋਸੀਏਸ਼ਨ, MOA, ਮੈਮੋਰੈਂਡਮ ਆਫ ਐਸੋਸੀਏਸ਼ਨ। ਓਕੇ, ਅਤੇ ਜਿਹੜਾ AOA ਹੁੰਦਾ ਰਾਜੇ, ਉਹਦੇ ਵਿੱਚ ਮਤਲਬ ਦੱਸਿਆ ਗਿਆ ਹੁੰਦਾ ਵੀ ਕੰਪਨੀ ਨੇ ਕਿਹੜਾ ਕੰਮ ਕਰਨਾ, ਕਿਵੇਂ ਕਰਨਾ, ਕਿਸ ਤਰੀਕੇ ਨਾਲ ਕਰਨਾ, ਹੈ ਨਾ। ਜੇ ਤਾਂ ਕੰਪਨੀ ਦੇ ਆਰਟੀਕਲਸ ਆਫ ਐਸੋਸੀਏਸ਼ਨ ਅਲਾਊ ਕਰਦੇ ਆ ਵੀ ਹਾਂ ਤੁਸੀਂ ਆਪਣੇ ਸ਼ੇਅਰਸ ਖਰੀਦ ਸਕਦੇ ਹੋ, ਫਿਰ ਕੰਪਨੀ ਆਪਣੇ ਸ਼ੇਅਰਸ ਆਪ ਖਰੀਦ ਸਕਦੀ ਹੈ, ਨਹੀਂ ਤਾਂ ਨਹੀਂ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੈ ਕਿ ਜਦੋਂ ਕੰਪਨੀ ਆਪਣੇ ਸ਼ੇਅਰ ਆਪ ਖਰੀਦਦੀ ਹੈ, ਉਹਦੀ ਇੱਕ ਪਰਟੀਕੂਲਰ ਟਰਮ ਹੁੰਦੀ ਹੈ ਬਾਏ ਬੈਕ। ਠੀਕ ਹੈ, ਬਾਏ ਬੈਕ ਕਿ ਵਾਪਿਸ ਖਰੀਦ ਲੈਣਾ, ਬਾਏ ਬੈਕ। ਠੀਕ ਹੈ, ਬਾਏ ਬੈਕ ਆਫ ਸ਼ੇਅਰਸ। ਸੋ ਕੰਪਨੀ ਆਪਣੇ ਸ਼ੇਅਰਸ ਆਪ ਵੀ ਖਰੀਦ ਸਕਦੀ ਹੈ। ਕਿ ਨੈਕਸਟ ਹੈ ਰਾਜੇ, ਪਾਰਟਨਰਸ਼ਿਪ ਐਂਡ ਕੰਪਨੀ ਦਾ ਡਿਫਰੈਂਸ। ਇਹ ਤੁਸੀਂ ਬਹੁਤ ਵਾਰੀ ਕੀਤਾ ਹੋਏਗਾ, +1 +2 'ਚ, 11 ਇਹਦੇ ਵਿੱਚ ਫਸਟ ਈਅਰ 'ਚ ਵੀ ਤੁਸੀਂ ਇੱਕ ਵਾਰੀ ਇਹਨੂੰ ਪੜ੍ਹ ਲਿਓ। ਠੀਕ ਹੈ, ਵੈਸੇ ਤਾਂ ਤੁਹਾਨੂੰ ਸਮਝ ਆ ਹੀ ਜਾਊਗਾ। ਇਨ ਐਨੀ ਕੇਸ ਕੁਛ ਨਾ ਪਤਾ ਲੱਗਾ ਤਾਂ ਮੈਨੂੰ ਪੁੱਛ ਲਿਓ। ਠੀਕ ਹੈ, ਉਹੀ ਹੈ ਕਿ ਰਜਿਸਟ੍ਰੇਸ਼ਨ ਕਿਵੇਂ ਹੋਣੀ ਚਾਹੀਦੀ ਹੈ। ਠੀਕ ਹੈ, ਲੀਗਲ ਸਟੇਟਸ ਕੀ ਹੈ, ਮਿਨੀਮਮ ਨੰਬਰਸ ਪਾਰਟਨਰਸ਼ਿਪ 'ਚ ਘੱਟ ਹੁੰਦੇ ਆ, ਕੰਪਨੀ 'ਚ ਕੋਈ ਲਿਮਿਟ ਨਹੀਂ ਹੁੰਦੀ, ਮੈਕਸੀਮਮ ਨੰਬਰ ਕਿੰਨੇ ਹੋ ਸਕਦੇ ਹੈ। ਟਰਾਂਸਫਰੇਬਿਲਿਟੀ ਦਾ ਕੀ ਹੈ ਕਿ ਪਾਰਟਨਰਸ਼ਿਪ 'ਚ ਆਪਾਂ ਟਰਾਂਸਫਰ ਨਹੀਂ ਕਰ ਸਕਦੇ, ਕੰਪਨੀ 'ਚ ਕਰ ਸਕਦੇ ਹਾਂ। ਲਾਇਬਿਲਿਟੀ ਪਾਰਟਨਰਸ਼ਿਪ 'ਚ ਅਨਲਿਮਿਟਿਡ ਹੁੰਦੀ ਹੈ, ਕੰਪਨੀ 'ਚ ਲਿਮਿਟਿਡ ਹੁੰਦੀ ਹੈ। ਠੀਕ ਹੈ, ਕੰਟਰੈਕਚੁਅਲ ਕਪੈਸਿਟੀ ਪਾਰਟਨਰਸ ਦੇ ਨਾਮ 'ਤੇ ਹੁੰਦੀ ਹੈ ਅਤੇ ਕੰਪਨੀ 'ਚ ਕੰਪਨੀ ਦੇ ਨਾਮ 'ਤੇ ਹੁੰਦੀ ਹੈ। ਠੀਕ ਹੈ, ਉਹ ਸੇਮ, ਉਹ ਕੋਈ ਜ਼ਿਆਦਾ ਉਹ ਨਹੀਂ ਹੈ, ਕੋਈ ਟਿਪੀਕਲ ਨਹੀਂ ਹੈ, ਤੁਸੀਂ ਆਪ ਵੀ ਕਰ ਲਓਗੇ। ਠੀਕ ਹੈ, ਇਹ ਪੜ੍ਹ ਲਿਓ ਇੱਕ ਵਾਰੀ। ਓਕੇ, ਨੈਕਸਟ ਦੇਖੋ ਰਾਜੇ, ਕਾਈਂਡਸ ਆਫ ਕੰਪਨੀ। ਠੀਕ ਹੈ, ਕਾਈਂਡਸ ਆਫ ਕੰਪਨੀ ਰਾਜੇ ਆਪਾਂ ਕਰਾਂਗੇ ਡਿਫਰੈਂਟ ਬੇਸਿਸ ਦੇ ਉੱਪਰ ਆਧਾਰ 'ਤੇ। ਠੀਕ ਹੈ, ਇਹਦੇ ਵਿੱਚ ਪਹਿਲਾ ਬੇਸ ਹੁੰਦਾ ਰਾਜੇ ਕਿ ਕੰਪਨੀ ਬਣੀ ਕਿਵੇਂ ਹੈ। ਠੀਕ ਹੈ, ਔਨ ਦਾ ਬੇਸਿਸ ਆਫ ਇਟਸ ਫਾਰਮੇਸ਼ਨ ਦੇ ਬੇਸਿਸ 'ਤੇ ਕਿ ਕੰਪਨੀ ਬਣੀ ਕਿਵੇਂ ਹੈ। ਫਾਰਮੇਸ਼ਨ 'ਚ ਪਹਿਲਾ ਪੁਆਇੰਟ ਹੈ ਰਾਜੇ ਚਾਰਟਰਡ ਕੰਪਨੀ। ਚਾਰਟਰਡ ਕੰਪਨੀ ਉਹ ਹੁੰਦੀ ਹੈ ਰਾਜੇ ਜਿਹੜੀ ਕਿਸੇ ਕਿੰਗ ਜਾਂ ਕੁਈਨ ਦੇ ਔਡਰ ਤੋਂ ਬਣਦੀ ਹੈ। ਠੀਕ ਹੈ, ਸਪੋਜ਼ ਕਿਸੇ ਦੇਸ਼ ਵਿੱਚ ਕਿਸੇ ਕਿੰਗ ਜਾਂ ਰਾਣੀ ਦਾ ਰਾਜ ਚੱਲਦਾ ਅਤੇ ਉਹ ਔਡਰ ਕਰਦੇ ਆ ਵੀ ਤੁਸੀਂ ਇਹ ਕੰਪਨੀ ਬਣਾਓ। ਠੀਕ ਹੈ, ਬਟ ਅੱਜ ਦੀ ਡੇਟ 'ਚ ਰਾਜੇ ਇਹੋ ਜਿਹੀਆਂ ਕੰਪਨੀਜ਼ ਨਹੀਂ ਬਣਦੀਆਂ। ਠੀਕ ਹੈ, ਹਿਸਟਰੀ 'ਚ ਬਣਦੀਆਂ ਸੀਗੀਆਂ। ਜੇ ਤੁਹਾਨੂੰ ਪਤਾ ਹੋਵੇ ਤਾਂ ਇੰਡੀਆ ਵਿੱਚ ਜਿਹੜੀ ਕੰਪਨੀ ਨੇ ਰੂਲ ਕੀਤਾ ਸੀਗਾ
ਬ੍ਰਿਟਿਸ਼ ਗਵਰਨਮੈਂਟ ਨੇ, ਹੈ ਨਾ, ਉਹ ਵਪਾਰ ਕਰਨ ਦੇ ਉਹਦੇ ਤੋਂ ਹੀ ਆਈ ਸੀ, ਆਈਡੀਏ ਤੋਂ ਜਾਂ ਕੰਸੈਪਟ ਤੋਂ, ਵੀ ਅਸੀਂ ਇੰਡੀਆ 'ਚ ਆ ਕੇ ਸਪਾਈਸਿਸ ਸੇਲ ਕਰਨੀਆਂ ਨੇ। ਠੀਕ ਹੈ, ਉਹਦਾ ਨਾਮ ਕੀ ਸੀ ਕੰਪਨੀ ਦਾ? ਈਸਟ ਇੰਡੀਆ ਕੰਪਨੀ। ਠੀਕ ਹੈ, ਉਹ ਕਿਹਦੇ ਆਰਡਰ 'ਤੇ ਬਣੀ ਸੀਗੀ? ਜਿਹੜੀ ਉਹਨਾਂ ਦੀ ਕੁਈਨ ਐਲਿਜ਼ਾਬੈਥ ਸੀ ਨਾ, ਬ੍ਰਿਟੇਨ ਦੀ, ਉਹਨਾਂ ਦੇ ਆਰਡਰ 'ਤੇ ਬਣੀ ਸੀ। ਠੀਕ ਹੈ, ਸੋ ਈਸਟ ਇੰਡੀਆ ਕੰਪਨੀ ਕੀ ਸੀ? ਇੱਕ ਤਰ੍ਹਾਂ ਦੀ ਚਾਰਟਰਡ ਕੰਪਨੀ ਸੀਗੀ। ਠੀਕ ਹੈ, ਇਹ ਯਾਦ ਰੱਖਿਓ ਰਾਜੇ, ਅੱਜ ਦੀ ਡੇਟ 'ਚ ਕੰਪਨੀਜ਼ ਨਹੀਂ ਬਣਦੀਆਂ। ਠੀਕ ਹੈ, ਕਿਉਂਕਿ ਮੇਜਰਲੀ ਸਾਰੀਆਂ ਕੰਟਰੀਜ਼ ਡੈਮੋਕ੍ਰੈਟਿਕ ਨੇ। ਜੇ ਕਿਤੇ ਰਾਜੇ ਰਾਣੀ ਦਾ ਰੂਲ ਵੀ ਹੈ ਤਾਂ ਉਹ ਚਾਰਟਰਡ ਕੰਪਨੀਜ਼ ਨਹੀਂ ਬਣਾਉਂਦੇ, ਉਹ ਸਟੈਚੂਟਰੀ ਜਾਂ ਰਜਿਸਟਰਡ ਕੰਪਨੀਜ਼ ਬਣਾਉਂਦੇ ਨੇ। ਠੀਕ ਹੈ, ਵੈਸੇ ਤਾਂ ਇੱਕ ਚਲੋ ਇਹਦੀ ਐਗਜ਼ਾਮਪਲ ਤੁਸੀਂ ਯਾਦ ਰੱਖ ਲਿਓ। ਠੀਕ ਹੈ, ਈਸਟ ਇੰਡੀਆ ਕੰਪਨੀ ਕਿਹਦੇ ਕਹਿਣ 'ਤੇ ਬਣਦੀ ਹੈ? ਇਹ ਕਿਸੇ ਕਿੰਗ ਜਾਂ ਕੁਈਨ ਦੇ ਆਰਡਰ 'ਤੇ। ਠੀਕ ਹੈ, ਸਪੈਸ਼ਲ ਆਰਡਰ ਹੁੰਦਾ ਉਹਨਾਂ ਦਾ। ਨੈਕਸਟ ਦੇਖੋ ਰਾਜੇ, ਸਟੈਚੂਟਰੀ ਕੰਪਨੀਜ਼। ਠੀਕ ਹੈ, ਸਟੈਚੂਟਰੀ ਕੰਪਨੀਜ਼ ਕਿਹੜੀਆਂ ਹੁੰਦੀਆਂ ਨੇ ਰਾਜੇ? ਜਿਹੜੀਆਂ ਜਿਵੇਂ ਆਪਣਾ ਦੇਸ਼ ਵਿੱਚ ਪਾਰਲੀਮੈਂਟ ਹੈ ਨਾ, ਜਿਹਨੂੰ ਆਪਾਂ ਕਹਿੰਦੇ ਲੋਕ ਸਭਾ, ਰਾਜ ਸਭਾ, ਹੈ ਨਾ। ਸਟੈਚੂਟਰੀ ਕੰਪਨੀਜ਼ ਉਹ ਹੁੰਦੀਆਂ ਨੇ ਰਾਜੇ ਜਿਹੜੀਆਂ ਨਾ ਪਾਰਲੀਮੈਂਟ ਦੇ ਸਪੈਸ਼ਲ ਆਰਡਰ 'ਤੇ ਜਾਂ ਸਪੈਸ਼ਲ ਐਕਟ 'ਤੇ ਬਣਾਈਆਂ ਜਾਂਦੀਆਂ ਨੇ। ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸਟੈਚੂਟਰੀ ਕੰਪਨੀਜ਼। ਇਹਦੀ ਐਗਜ਼ਾਮਪਲ ਹੁੰਦੀ ਹੈ ਰਾਜੇ RBI, ਇੰਡੀਆ ਵਿੱਚ ਇਹਦੀ ਐਗਜ਼ਾਮਪਲ ਹੈ RBI। ਠੀਕ ਹੈ, IFC ਹੈ ਰਾਜੇ, ਇੱਕ ਡਿਵੈਲਪਮੈਂਟ ਬੈਂਕ ਹੈ। ਠੀਕ ਹੈ, ਉਹ RBI ਤਾਂ ਪਤਾ ਨਾ ਸਾਰਿਆਂ ਨੂੰ, ਰਿਜ਼ਰਵ ਬੈਂਕ ਆਫ ਇੰਡੀਆ, ਸੈਂਟਰਲ ਬੈਂਕ ਹੈ ਇੰਡੀਆ ਦਾ, ਹੈ ਨਾ। ਉਹ ਕੀ ਹੈ ਆਪਣਾ RBI, ਉਹ ਕੀ ਹੈ? ਇੱਕ ਤਰ੍ਹਾਂ ਦੀ ਸਟੈਚੂਟਰੀ ਕਾਰਪੋਰੇਸ਼ਨ ਹੈ। ਠੀਕ ਹੈ, ਕਿਉਂਕਿ ਉਹ ਜਿਹੜਾ ਪਾਰਲੀਮੈਂਟ 'ਚ ਸਪੈਸ਼ਲ ਆਇਆ ਸੀਗਾ ਐਕਟ, ਉਹਦੇ ਅੰਡਰ ਬਣਿਆ ਸੀਗਾ ਸੈਂਟਰਲ ਬੈਂਕ। ਠੀਕ ਹੈ, ਨੈਕਸਟ ਦੇਖੋ ਰਾਜੇ, ਰਜਿਸਟਰਡ ਕੰਪਨੀਜ਼। ਰਜਿਸਟਰਡ ਕੰਪਨੀਜ਼ ਉਹ ਹੁੰਦੀਆਂ ਨੇ ਰਾਜੇ ਜਿਹੜੀਆਂ ਕੰਪਨੀਜ਼ ਐਕਟ ਦੇ ਅੰਡਰ ਬਣਦੀਆਂ ਨੇ। ਠੀਕ ਹੈ, ਹੁਣ ਕਿਹੜਾ ਕੰਪਨੀਜ਼ ਐਕਟ ਚੱਲ ਰਿਹਾ? 2013। ਜਿਹੜੀਆਂ ਕੰਪਨੀਜ਼ ਐਕਟ 2013 ਦੇ ਅੰਡਰ ਬਣੀਆਂ ਨੇ, ਜਾਂ ਫਿਰ ਇਸ ਤੋਂ ਪਹਿਲਾਂ ਜਿਹੜੇ ਐਕਟ ਚੱਲਦੇ ਸੀਗੇ, ਜਿਵੇਂ ਚੱਲਦਾ ਸੀਗਾ 1956। ਠੀਕ ਹੈ, ਕੰਪਨੀਜ਼ ਐਕਟ 1956, ਉਹਦੇ ਅੰਡਰ ਬਣੀਆਂ ਹੋਈਆਂ ਨੇ ਉਹ ਕੰਪਨੀਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਰਜਿਸਟਰਡ ਕੰਪਨੀਜ਼। ਠੀਕ ਹੈ, ਜਿਵੇਂ ਜਿਹੜੀਆਂ ਆਪਣੀਆਂ ਟਾਟਾ, ਅੰਬਾਨੀ, ਠੀਕ ਹੈ, IOCL, ਇਹ ਜਿਹੜੀਆਂ ਕੰਪਨੀਜ਼ ਨੇ ਕਿਹਦੇ ਅੰਡਰ ਬਣੀਆਂ ਹੋਈਆਂ ਨੇ? ਕੰਪਨੀਜ਼ ਐਕਟ ਦੇ ਅੰਡਰ। ਸੋ ਇਹ ਕਿਹੜੀਆਂ ਕੰਪਨੀਜ਼ ਨੇ? ਰਜਿਸਟਰਡ ਕੰਪਨੀਜ਼ ਨੇ। ਠੀਕ ਹੈ, ਸੋ ਔਨ ਦ ਬੇਸਿਸ ਆਫ ਫਾਰਮੇਸ਼ਨ 3 ਤਰ੍ਹਾਂ ਦੀਆਂ ਕੰਪਨੀਜ਼ ਨੇ ਰਾਜੇ ਆਪਣੇ ਕੋਲ। ਚਾਰਟਰਡ, ਠੀਕ ਹੈ, ਇਹਦੀ ਐਗਜ਼ਾਮਪਲ ਹੈ ਈਸਟ ਇੰਡੀਆ ਕੰਪਨੀ। ਦੈਨ ਸਟੈਚੂਟਰੀ ਕੰਪਨੀ, ਇਹਦੀ ਐਗਜ਼ਾਮਪਲ ਹੈ RBI ਜਾਂ ਰਿਜ਼ਰਵ ਬੈਂਕ ਆਫ ਇੰਡੀਆ। ਨੈਕਸਟ ਰਜਿਸਟਰਡ ਕੰਪਨੀਜ਼, ਇਹਦੀ ਐਗਜ਼ਾਮਪਲ ਨੋਰਮਲ ਜਿਹੜੀ ਵੀ ਤੁਹਾਨੂੰ ਕੰਪਨੀ ਯਾਦ ਰਹੂਗੀ ਉਹ ਲਿਖ ਦਿਓ। ਠੀਕ ਹੈ, ਟਾਟਾ, ਆਦਿਤਿਆ ਬਿਰਲਾ। ਠੀਕ ਹੈ, ਇਹ ਕੰਪਨੀਜ਼ ਕਿਹੜੀਆਂ ਨੇ? ਰਜਿਸਟਰਡ ਕੰਪਨੀਜ਼। ਨੈਕਸਟ ਦੇਖੋ ਰਾਜੇ, ਨੈਕਸਟ ਹੈ ਆਪਣੇ ਕੋਲ ਔਨ ਦ ਬੇਸਿਸ ਆਫ ਲਾਇਬਿਲਿਟੀ। ਔਨ ਦ ਬੇਸਿਸ ਆਫ ਲਾਇਬਿਲਿਟੀ 'ਚ ਰਾਜੇ 3 ਤਰ੍ਹਾਂ ਦੀਆਂ ਕੰਪਨੀਜ਼ ਹੁੰਦੀਆਂ ਨੇ। ਠੀਕ ਹੈ, ਲਿਮਿਟਿਡ, ਗਾਰੰਟਿਡ, ਅਨਲਿਮਿਟਿਡ। ਲਾਇਬਿਲਿਟੀ ਤਾਂ ਪਤਾ ਨਾ ਸਾਰਿਆਂ ਨੂੰ, ਦੇਣਦਾਰੀ, ਹੈ ਨਾ, ਦੇਣਦਾਰੀ ਦੇ ਬੇਸ 'ਤੇ। ਜਿਹੜੀ ਕੰਪਨੀ ਦੀ ਦੇਣਦਾਰੀ ਰਾਜੇ ਉਹਦੇ ਮੈਂਬਰਸ ਦੀ, ਠੀਕ ਹੈ, ਇਹਨੂੰ ਆਪਾਂ ਕਿਤੇ ਨਾਲ ਲਿੰਕ ਕਰਦੇ ਹਾਂ ਤੇ ਮੈਂਬਰਸ ਦੀ ਦੇਣਦਾਰੀ। ਠੀਕ ਹੈ, ਜਿਹੜੇ ਕੰਪਨੀ ਦੇ ਮੈਂਬਰਸ ਦੀ ਦੇਣਦਾਰੀ ਲਿਮਿਟਿਡ ਹੁੰਦੀ ਹੈ, ਠੀਕ ਹੈ, ਉਹਨੂੰ ਕਿਹੜੀ ਕੰਪਨੀ ਕਿਹਾ ਜਾਂਦਾ? ਲਿਮਿਟਿਡ ਕੰਪਨੀ। ਠੀਕ ਹੈ, ਜਿਵੇਂ ਆਪਾਂ ਐਗਜ਼ਾਮਪਲ ਲਿੱਤੀ ਸੀ ਨਾ ਕਿ ਜਿਵੇਂ XYZ ਕੰਪਨੀ ਲਾਸ 'ਚ ਚਲੀ ਗਈ, ਹੈ ਨਾ, ਅਤੇ ਜਿਹੜਾ ਰਾਮ ਹੈ ਉਹਦੇ ਕੋਲ ਸਿਰਫ 2 ਲੱਖ ਦੀ ਕੈਪੀਟਲ ਹੈ, ਸ਼ੇਅਰਸ ਹੈ, ਤਾਂ ਰਾਮ ਦੀ ਦੇਣਦਾਰੀ ਕਿੰਨੇ ਦੀ ਬਣਦੀ ਹੈ? 2 ਲੱਖ ਦੀ ਬਣਦੀ ਹੈ। ਫਿਰ ਭਾਵੇਂ ਲਾਸ ਕੰਪਨੀ ਦਾ ਕਿੰਨਾ ਵੀ ਹੋਵੇ, ਕਿਉਂਕਿ ਉਹਨਾਂ ਦੀ ਜਿਹੜੀ ਦੇਣਦਾਰੀ ਹੁੰਦੀ ਹੈ ਉਹ ਕੀ ਹੁੰਦੀ ਹੈ? ਲਿਮਿਟਿਡ ਹੁੰਦੀ ਹੈ। ਠੀਕ ਹੈ, ਨੈਕਸਟ ਦੇਖੋ ਰਾਜੇ, ਇਹਦੇ ਵਿੱਚ ਹੁੰਦਾ ਹੈ ਗਾਰੰਟਿਡ ਕੰਪਨੀਜ਼। ਗਾਰੰਟਿਡ ਕੰਪਨੀਜ਼ 'ਚ ਇਹ ਹੁੰਦਾ ਰਾਜੇ ਕਿ ਜਿਹੜੀ ਸ਼ੇਅਰ ਹੋਲਡਰਸ ਨੇ ਜਾਂ ਜਿਹੜੇ ਕੈਪੀਟਲ 'ਚ ਇਨਵੈਸਟ ਕਰਦੇ ਨੇ, ਠੀਕ ਹੈ, ਉਹ ਕਿੰਨੀਆਂ ਕੁ ਐਸੈਟਸ ਨੂੰ ਸਿਕਿਓਰ ਕਰਦੇ ਨੇ, ਕਿੰਨੀ ਕੁ ਗਰੰਟੀ ਦਿੰਦੇ ਨੇ ਵੀ ਹਾਂ ਅਸੀਂ ਇੰਨੀ ਅਮਾਊਂਟ ਇਨਵੈਸਟ ਕਰ ਦਾਂਗੇ। ਠੀਕ ਹੈ, ਉਹ ਕੰਪਨੀਜ਼ ਕਿਹੜੀਆਂ ਹੁੰਦੀਆਂ? ਗਾਰੰਟਿਡ ਕੰਪਨੀਜ਼। ਠੀਕ ਹੈ, ਨੈਕਸਟ ਦੇਖੋ ਰਾਜੇ, ਅਨਲਿਮਿਟਿਡ ਕੰਪਨੀਜ਼। ਅਨਲਿਮਿਟਿਡ ਕੰਪਨੀਜ਼ ਉਹ ਹੁੰਦੀਆਂ ਰਾਜੇ ਜਿਹਦੇ ਵਿੱਚ ਦੇਣਦਾਰੀ ਦੀ ਕੋਈ ਲਿਮਿਟ ਨਹੀਂ ਹੁੰਦੀ। ਠੀਕ ਹੈ, ਜੇ ਕੰਪਨੀ ਨੂੰ ਲਾਸ ਹੋ ਗਿਆ ਤਾਂ ਉਹ ਸਾਰਾ ਲਾਸ ਕੌਣ ਰਿਕਵਰ ਕਰਦਾ? ਉਹਦੇ
ਜਿਹੜੇ ਮੈਂਬਰਸ ਹੁੰਦੇ ਆ। ਬਟ ਅੱਜ ਕੱਲ੍ਹ ਦੇ ਡੇਜ਼ ਵਿੱਚ ਰਾਜੇ ਅਨਲਿਮਿਟਿਡ ਕੰਪਨੀਜ਼ ਨਹੀਂ ਬਣਦੀਆਂ, ਠੀਕ ਹੈ। ਅਤੇ ਹਾਂ, ਲਿਮਿਟਿਡ ਕੰਪਨੀਜ਼ ਜਾਂ ਗਾਰੰਟਿਡ ਕੰਪਨੀਜ਼ ਹੁੰਦੀਆਂ। ਅਨਲਿਮਿਟਿਡ ਕੰਪਨੀ ਹੁਣ ਦੀ ਡੇਟ 'ਚ ਕੋਈ ਨਹੀਂ ਬਣਾਉਂਦਾ, ਠੀਕ ਹੈ, ਕੋਈ ਫਰਮ ਨਹੀਂ ਹੁੰਦੀਆਂ ਇਹ। ਬਸ ਤੁਸੀਂ ਇਹ ਯਾਦ ਰੱਖਿਓ ਕਿ ਇਹਦੇ ਵਿੱਚ ਉਹ ਕੰਪਨੀਜ਼ ਹੁੰਦੀਆਂ ਜਿਨ੍ਹਾਂ ਦੀ ਜਿਹੜੀ ਲਾਇਬਿਲਿਟੀ ਹੁੰਦੀ ਹੈ ਕਿਹੜੀ ਹੁੰਦੀ ਆ, ਉਹ ਅਨਲਿਮਿਟਿਡ, ਠੀਕ ਹੈ, ਦੇਣਦਾਰੀ ਦੀ ਕੋਈ ਲਿਮਿਟ ਨਹੀਂ ਹੁੰਦੀ। ਨੈਕਸਟ ਦੇਖੋ ਰਾਜੇ, ਇਹਦੇ ਵਿੱਚ ਹੈ ਆਪਣੇ ਕੋਲ ਫਰੋਮ ਪੁਆਇੰਟ ਆਫ ਵਿਊ ਪਬਲਿਕ ਇਨਵੈਸਟਮੈਂਟ ਕੰਪਨੀਜ਼, ਠੀਕ ਹੈ, ਔਨ ਦ ਬੇਸਿਸ ਆਫ ਇਨਵੈਸਟਮੈਂਟ। ਇਨਵੈਸਟਮੈਂਟ ਦੇ ਬੇਸ 'ਤੇ ਰਾਜੇ ਉਹੀ ਆਪਣੇ ਕੋਲ ਦੋ ਕੰਪਨੀਜ਼ ਹੈ, ਪ੍ਰਾਈਵੇਟ ਐਂਡ ਪਬਲਿਕ। ਪ੍ਰਾਈਵੇਟ ਕੰਪਨੀਜ਼ ਉਹੀ ਉਹ ਹੁੰਦੀਆਂ ਰਾਜੇ ਜਿਨ੍ਹਾਂ ਵਿੱਚ, ਇੱਕ ਮਿੰਟ, ਪ੍ਰਾਈਵੇਟ ਕੰਪਨੀਜ਼ ਰਾਜੇ ਜਿਨ੍ਹਾਂ ਦੇ ਜਿਹੜੇ AOA ਹੁੰਦਾ, ਠੀਕ ਹੈ, ਆਰਟੀਕਲਸ ਹੁੰਦੇ ਆ, ਉਹਨਾਂ ਨੂੰ ਰਿਸਟ੍ਰਿਕਟ ਕਰਦੇ ਆ ਵੀ ਤੁਸੀਂ ਸ਼ੇਅਰ ਟਰਾਂਸਫਰ ਨਹੀਂ ਕਰ ਸਕਦੇ। ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਪ੍ਰਾਈਵੇਟ ਕੰਪਨੀਜ਼, ਠੀਕ ਹੈ। ਹੋਰ ਉਹਨਾਂ 'ਤੇ ਰਾਜੇ ਜਿਹੜੇ ਟੋਟਲ ਮੈਂਬਰਸ ਹੁੰਦੇ ਨੇ ਨਾ, ਉਹਨਾਂ ਦੀ ਵੀ ਲਿਮਿਟ ਹੁੰਦੀ ਹੈ, ਠੀਕ ਹੈ। ਉਹ ਲਿਮਿਟ ਕਿੰਨੀ ਹੈ, 200, ਠੀਕ ਹੈ। ਕਿੰਨੀ ਲਿਮਿਟ ਹੈ ਉਹ, 200। ਨੈਕਸਟ ਦੇਖੋ ਹੋਰ ਇਹਦੇ ਵਿੱਚ ਕੀ ਹੈ ਕਿ ਇਹ ਜਿਹੜੀ ਨੋਰਮਲ ਪਬਲਿਕ ਹੁੰਦੀ ਹੈ, ਜਨਰਲ ਪਬਲਿਕ ਹੁੰਦੀ ਹੈ, ਹੈ ਨਾ, ਉਹਦੇ ਤੋਂ ਸ਼ੇਅਰਸ ਨਹੀਂ ਸਬਸਕ੍ਰਾਈਬ ਕਰਵਾ ਸਕਦੇ, ਉਹਨਾਂ ਤੋਂ ਪੈਸਾ ਨਹੀਂ ਲੈ ਸਕਦੇ, ਠੀਕ ਹੈ। ਇੱਕ ਹੋਰ ਹੁੰਦੀ ਹੈ ਕਿ ਇਹ ਜਿਹੜੇ ਮੈਂਬਰਸ ਹੁੰਦੇ ਆ ਕੰਪਨੀ ਦੇ, ਉਹਨਾਂ ਤੋਂ ਬਿਨਾਂ ਕਿਸੇ ਹੋਰ ਤੋਂ ਪੈਸਾ ਨਹੀਂ ਲੈ ਸਕਦੇ, ਠੀਕ ਹੈ, ਜਾਂ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਹੀ ਕਹਿ ਦੇਣ ਵੀ ਹਾਂ ਮੈਂਬਰ ਹੈ ਆਪਣੀ ਕੰਪਨੀ ਦਾ, ਵੀ ਉਹਦੇ ਰਿਸ਼ਤੇਦਾਰ ਤੋਂ ਪੈਸਾ ਫੜ ਲੈਂਦੇ ਆ, ਹੈ ਨਾ, ਇਹ ਚੀਜ਼ ਨਹੀਂ ਹੁੰਦੀ। ਉਹ ਚੀਜ਼ 'ਤੇ ਵੀ ਰਿਸਟ੍ਰਿਕਸ਼ਨ ਹੈ, ਪ੍ਰੋਬੇਟ ਹੈ, ਉਹ ਪ੍ਰੋਬੇਸ਼ਨ ਲੱਗੀ ਹੋਈ ਆ ਉਹਦੇ 'ਤੇ ਵੀ ਜਿਹੜੀ ਪ੍ਰਾਈਵੇਟ ਕੰਪਨੀ ਹੈ ਉਹਦੇ 'ਚ ਪੈਸਾ ਕੌਣ ਇਨਵੈਸਟ ਕਰੂਗਾ, ਜਿਹੜੇ ਦੇ ਮੈਂਬਰਸ ਹੈ ਉਹੀ ਕਰਨਗੇ, ਠੀਕ ਹੈ। ਉਹਨਾਂ ਤੋਂ ਬਿਨਾਂ ਹੋਰ ਕੋਈ ਨਹੀਂ ਕਰੂਗਾ, ਭਾਵੇਂ ਉਹ ਮੈਂਬਰ ਦਾ ਕੋਈ ਫਰੈਂਡ, ਰਿਲੇਟਿਵ ਜਾਂ ਨੋਨ ਪਰਸਨ ਹੀ ਹੋਵੇ, ਠੀਕ ਹੈ। ਇਹਦੇ ਵਿੱਚ ਰਾਜੇ ਜਿਹੜੀ ਮਿਨੀਮਮ ਕੈਪੀਟਲ ਹੁੰਦੀ ਆ 1 ਲੱਖ ਦੀ, ਠੀਕ ਹੈ। ਅਤੇ 1 ਲੱਖ ਤੋਂ ਘੱਟ 'ਤੇ ਆਪਾਂ ਪ੍ਰਾਈਵੇਟ ਕੰਪਨੀ ਐਸਟੈਬਲਿਸ਼ ਜਾਂ ਬਣਾ ਨਹੀਂ ਸਕਦੇ, ਠੀਕ ਹੈ। ਸੋ ਇਹ ਜਿਹੜੀਆਂ ਕੰਪਨੀਜ਼ 'ਚ ਇਹ ਸਾਰੀਆਂ ਲਿਮਿਟੇਸ਼ਨਸ ਜਾਂ ਪ੍ਰੋਹਿਬਿਸ਼ਨ ਜਾਂ ਰਿਸਟ੍ਰਿਕਸ਼ਨਸ ਲੱਗਦੀਆਂ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰਾਈਵੇਟ ਕੰਪਨੀਜ਼। ਜਿਹੜੀਆਂ ਕੰਪਨੀ 'ਚ ਰਾਜੇ ਇਹ ਲਿਮਿਟੇਸ਼ਨਸ ਜਾਂ ਰਿਸਟ੍ਰਿਕਸ਼ਨਸ ਨਹੀਂ ਲੱਗਦੀਆਂ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਪਬਲਿਕ ਕੰਪਨੀਜ਼। ਪਬਲਿਕ ਕੰਪਨੀਜ਼ ਦਾ ਇੱਕ ਹੋਰ ਵੀ ਹੈ ਰਾਜੇ ਕਿ ਇਹਨਾਂ ਦੀ ਜਿਹੜੀ ਮਿਨੀਮਮ ਕੈਪੀਟਲ ਹੈ, ਠੀਕ ਹੈ, ਉਹ ਕਿੰਨੀ ਹੋਣੀ ਚਾਹੀਦੀ ਹੈ, 5 ਲੱਖ, ਠੀਕ ਹੈ। 5 ਲੱਖ ਪੇਡ ਅਪ ਕੈਪੀਟਲ। ਪੇਡ ਅਪ ਕੈਪੀਟਲ ਤੁਸੀਂ ਇੱਕ ਵਾਰੀ ਚਲੋ ਸੁਣ ਲਓ, ਪੇਡ ਅਪ ਕੈਪੀਟਲ ਅੱਗੇ ਆਪਣਾ ਕੰਸੈਪਟ ਆਏਗਾ ਕਿ ਡਿਫਰੈਂਟ ਟਾਈਪਸ ਆਫ ਕੈਪੀਟਲਸ ਕਿਹੜੀਆਂ ਹੁੰਦੀਆਂ ਨੇ, ਉੱਥੇ ਤੁਹਾਨੂੰ ਪਤਾ ਲੱਗ ਜੂਗਾ, ਠੀਕ ਹੈ। ਸੋ ਜਿਹੜੀ ਪ੍ਰਾਈਵੇਟ ਕੰਪਨੀ ਉਹਦੇ 'ਚ ਕਿੰਨੀ ਹੋਣੀ ਚਾਹੀਦੀ ਹੈ, 1 ਲੱਖ। ਜਿਹੜੀ ਪਬਲਿਕ ਕੰਪਨੀ ਹੈ ਉਹਦੇ 'ਚ ਕਿੰਨੀ ਹੋਣੀ ਚਾਹੀਦੀ ਹੈ, ₹5 ਲੱਖ ਪੇਡ ਅਪ ਕੈਪੀਟਲ, ਠੀਕ ਹੈ। ਸੋ ਇਹ ਸੀਗੀਆਂ ਰਾਜੇ ਆਪਣੀਆਂ ਕੁਛ ਟਾਈਪਸ ਆਫ ਕੰਪਨੀਜ਼, ਅਤੇ ਇਹ ਆਪਣੇ ਕੋਲ ਡਿਫਰੈਂਸ ਦਿੱਤਾ ਹੈ ਪਬਲਿਕ ਐਂਡ ਪ੍ਰਾਈਵੇਟ ਦਾ। ਨੈਕਸਟ ਚਲੋ ਇੱਕ ਵਾਰੀ ਇੱਥੇ ਥੋੜ੍ਹੇ ਕੁ ਪੁਆਇੰਟਸ ਕਰ ਲੈਂਦੇ ਹਾਂ, ਠੀਕ ਹੈ। ਮਿਨੀਮਮ ਨੰਬਰ ਆਫ ਮੈਂਬਰਸ ਜਿਹੜੀ ਪਬਲਿਕ ਕੰਪਨੀ ਹੈ ਰਾਜੇ ਉਹਦੇ ਵਿੱਚ ਮੈਨੂੰ ਲੱਗਦਾ 7 ਹੁੰਦੇ ਆ, ਅਤੇ ਜਿਹੜੀ ਪ੍ਰਾਈਵੇਟ ਕੰਪਨੀ ਆ ਉਹਦੇ 'ਚ ਮਿਨੀਮਮ ਮੈਂਬਰਸ 2 ਹੋਣੇ ਚਾਹੀਦੇ ਆ। ਮਤਲਬ ਕੀ ਹੈ ਕਿ ਜੇ ਕਿਸੇ ਨੇ ਪ੍ਰਾਈਵੇਟ ਕੰਪਨੀ ਬਣਾਉਣੀ ਹੈ ਤਾਂ ਘੱਟੋ ਘੱਟ ਉਹਦੇ ਵਿੱਚ ਕਿੰਨੇ ਮੈਂਬਰ ਹੋਣੇ ਚਾਹੀਦੇ ਨੇ, 2। ਜੇ ਕਿਸੇ ਨੇ ਪਬਲਿਕ ਕੰਪਨੀ ਬਣਾਉਣੀ ਹੈ ਤਾਂ ਉਹਦੇ ਵਿੱਚ ਘੱਟੋ ਘੱਟ ਕਿੰਨੇ ਮੈਂਬਰ ਹੋਣੇ ਚਾਹੀਦੇ ਨੇ, 7, ਠੀਕ ਹੈ। ਬਟ ਇਹਦੇ ਵਿੱਚ ਰਾਜੇ ਇੱਕ ਸ਼ਾਰਟ ਨੋਟ ਤੁਸੀਂ ਨੋਟ ਕਰ ਲਓ, 1 ਪਰਸਨ ਕੰਪਨੀ, ਠੀਕ ਹੈ। 1 ਪਰਸਨ ਕੰਪਨੀ ਰਾਜੇ ਇੱਕ ਨਵਾਂ ਕੰਸੈਪਟ ਆਇਆ ਕੰਪਨੀਜ਼ ਐਕਟ 2013 ਵਿੱਚ, ਇਹ ਪਿਛਲੇ ਐਕਟ 'ਚ ਨਹੀਂ ਸੀਗਾ। ਇਹਦੇ ਵਿੱਚ ਕੀ ਸੀਗਾ ਕਿ ਕੋਈ ਇੱਕ ਪਰਸਨ ਵੀ ਜੇ ਚਾਹੇ ਤਾਂ ਉਹ ਆਪਣੀ ਪ੍ਰਾਈਵੇਟ ਕੰਪਨੀ ਬਣਾ ਸਕਦਾ, ਠੀਕ ਹੈ, ਇਕੱਲਾ ਪਰਸਨ ਵੀ। ਅਤੇ ਉਸ ਕੰਪਨੀ ਨੂੰ ਕੀ ਰੈਫਰ ਕੀਤਾ ਜਾਏਗਾ, 1 ਪਰਸਨ ਕੰਪਨੀ, ਠੀਕ ਹੈ। ਅਤੇ ਇਹ ਕੰਪਨੀ ਰਾਜੇ ਕਿਹੜੀ ਕੰਪਨੀ ਹੋਏਗੀ, ਪ੍ਰਾਈਵੇਟ ਕੰਪਨੀ ਹੋਏਗੀ। ਇਹਨੂੰ ਆਪਾਂ ਪਬਲਿਕ ਕੰਪਨੀ ਦਾ ਨਾਮ ਨਹੀਂ ਦੇਵਾਂਗੇ, ਓਹੋ, ਠੀਕ ਹੈ। ਨੈਕਸਟ ਦੇਖੋ ਰਾਜੇ, ਮੈਕਸੀਮਮ ਨੰਬਰ ਆਫ ਮੈਂਬਰਸ ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਵਿੱਚ 200 ਨੇ, ਠੀਕ ਹੈ। ਜਿਹੜੀ ਪਬਲਿਕ ਕੰਪਨੀਆਂ ਦਾ ਐਸ ਸੱਚ ਕੋਈ ਮੈਕਸੀਮਮ ਲਿਮਿਟ ਡਿਸਾਈਡ ਨਹੀਂ ਕੀਤੀ ਗਈ, ਪਰ ਮੋਸਟਲੀ ਇਹ ਕਹਿੰਦੇ ਆ ਵੀ ਜਿੰਨੇ ਸ਼ੇਅਰਸ ਹੈਗੇ ਆ ਕੰਪਨੀ ਦੇ
ਉਹਦਾ ਇੱਕ ਸ਼ੇਅਰ ਜੇ ਸਾਰੇ ਜਾਣੇ ਖਰੀਦਣ ਤਾਂ ਉਹ ਕੀ ਹੋ ਜਾਂਦਾ ਮੈਕਸਿਮਮ ਲਿਮਿਟ। ਪਰ ਮੇਜਰਲੀ ਇਹੀ ਹੁੰਦਾ ਵੀ ਪ੍ਰਾਈਵੇਟ 'ਚ 200 ਹੁੰਦੇ ਆ ਅਤੇ ਪਬਲਿਕ 'ਚ ਕੋਈ ਮੈਕਸਿਮਮ ਲਿਮਿਟ ਐਜ਼ ਸੱਚ ਨਹੀਂ ਹੁੰਦੀ। ਠੀਕ ਹੈ। ਮਿਨੀਮਮ ਰਿਕੁਆਇਰਮੈਂਟ ਆਫ ਕੈਪੀਟਲ, ਠੀਕ ਹੈ, ਪੈਸਾ ਕਿੰਨਾ ਇਨਵੈਸਟ ਕਰਨਾ ਚਾਹੀਦਾ, ਉਹੀ 1 ਲੱਖ ਪੇਡ ਅਪ ਕੈਪੀਟਲ ਪ੍ਰਾਈਵੇਟਲੀ ਅਤੇ 5 ਲੱਖ ਪੇਡ ਅਪ ਕੈਪੀਟਲ ਪਬਲਿਕਲੀ। ਠੀਕ ਹੈ। ਨੈਕਸਟ ਦੇਖੋ ਇਸ਼ੂ ਆਫ ਪ੍ਰੋਸਪੈਕਟਸ। ਪ੍ਰੋਸਪੈਕਟਸ ਪਤਾ ਨਾ ਸਾਰਿਆਂ ਨੂੰ ਕੀ ਹੁੰਦਾ। ਇਸ਼ੂ ਆਫ ਪ੍ਰੋਸਪੈਕਟਸ 'ਚ ਕੀ ਹੈ ਰਾਜੇ ਕਿ ਜਿਹੜਾ ਪ੍ਰਾਈਵੇਟ ਕੰਪਨੀਆਂ ਉਹਨਾਂ ਨੂੰ ਐਸ ਸੱਚ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਪਬਲਿਕ ਤੋਂ ਪੈਸਾ ਨਹੀਂ ਲੈਣਾ ਹੁੰਦਾ। ਠੀਕ ਹੈ। ਤਾਂ ਉਹ ਪ੍ਰੋਸਪੈਕਟਸ ਨਹੀਂ ਇਸ਼ੂ ਕਰਦੇ। ਬਟ ਜਿਹੜੀ ਪਬਲਿਕ ਕੰਪਨੀ ਹੁੰਦੀ ਹੈ ਉਹਦੇ ਲਈ ਪ੍ਰੋਸਪੈਕਟਸ ਇਸ਼ੂ ਕਰਨਾ ਮਸਟ ਹੁੰਦਾ ਹੈ। ਠੀਕ ਹੈ। ਜ਼ਰੂਰੀ ਹੁੰਦਾ, ਕੰਪਲਸਰੀ ਹੁੰਦਾ ਉਹਨੂੰ। ਅਤੇ ਜੇ ਉਹ ਪ੍ਰੋਸਪੈਕਟਸ ਨਹੀਂ ਦੇ ਰਹੇ ਤਾਂ ਉਹਦੀ ਜਗ੍ਹਾ 'ਤੇ ਹੋਰ ਕੀ ਇਸ਼ੂ ਕਰ ਸਕਦੇ ਨੇ ਉਹ ਸਟੇਟਮੈਂਟ ਇਨ ਲਿਓ ਆਫ ਪ੍ਰੋਸਪੈਕਟਸ। ਤੁਸੀਂ ਇਹ ਚੀਜ਼ ਯਾਦ ਰੱਖਿਓ ਰਾਜੇ, ਸਟੇਟਮੈਂਟ ਇਨ ਲਿਓ ਆਫ ਪ੍ਰੋਸਪੈਕਟਸ ਕਦੀ ਕਦੀ ਇਹ ਸ਼ਾਰਟ 'ਚ ਵੀ ਆ ਜਾਂਦਾ। ਠੀਕ ਹੈ। ਸਟੇਟਮੈਂਟ ਇਨ ਲਿਓ ਆਫ ਪ੍ਰੋਸਪੈਕਟਸ ਇਹ ਉਹ ਚੀਜ਼ ਹੁੰਦੀ ਹੈ ਜਿਹੜੀ ਜੇ ਪਬਲਿਕ ਕੰਪਨੀ ਨੇ ਪ੍ਰੋਸਪੈਕਟਸ ਇਸ਼ੂ ਨਹੀਂ ਕੀਤਾ ਤਾਂ ਉਹ ਕੀ ਇਸ਼ੂ ਕਰਦੀ ਹੈ ਸਟੇਟਮੈਂਟ ਇਨ ਲਿਓ ਆਫ ਪ੍ਰੋਸਪੈਕਟਸ। ਨੈਕਸਟ ਦੇਖੋ ਟ੍ਰਾਂਸਫਰ ਆਫ ਸ਼ੇਅਰਸ। ਜਿਹੜੀ ਪ੍ਰਾਈਵੇਟ ਕੰਪਨੀ ਹੁੰਦੀ ਆਪਾਂ ਟ੍ਰਾਂਸਫਰ ਉਹਦੇ ਸ਼ੇਅਰਸ ਨਹੀਂ ਕਰ ਸਕਦੇ। ਆਪਾਂ ਪਿੱਛੇ ਕਰੈਕਟਰਿਸਟਿਕਸ 'ਚ ਵੀ ਪੜ੍ਹ ਕੇ ਆਏ ਹਾਂ। ਠੀਕ ਹੈ। ਬਟ ਜਿਹੜੀ ਪਬਲਿਕ ਕੰਪਨੀ ਹੈ ਉਹਦੇ ਸ਼ੇਅਰਸ ਆਪਾਂ ਫਰੀਲੀ ਟ੍ਰਾਂਸਫਰੇਬਲ ਹੁੰਦੇ ਆ, ਉਹ ਆਪਾਂ ਕਿੰਨੀ ਵਾਰੀ ਵੀ ਉਹਨਾਂ ਦੀ ਸੇਲ ਪਰਚੇਜ਼ ਕਰ ਸਕਦੇ ਹਾਂ। ਨੈਕਸਟ ਦੇਖੋ ਰਾਜੇ ਕਮੈਂਸਮੈਂਟ ਆਫ ਬਿਜ਼ਨਸ। ਠੀਕ ਹੈ। ਜਿਹੜਾ ਪ੍ਰਾਈਵੇਟ ਕੰਪਨੀਜ਼ ਹੁੰਦੀਆਂ ਨੇ ਇਹਨਾਂ ਨੂੰ ਜਦੋਂ ਸਰਟੀਫਿਕੇਟ ਆਫ ਇਨਕੋਰਪੋਰੇਸ਼ਨ ਮਿਲ ਜਾਂਦਾ ਰਜਿਸਟਰਾਰ ਆਫ ਕੰਪਨੀਜ਼ ਤੋਂ। ਠੀਕ ਹੈ। ਕੀ ਮਿਲਦਾ ਸਰਟੀਫਿਕੇਟ ਆਫ ਇਨਕੋਰਪੋਰੇਸ਼ਨ, ਤਾਂ ਇਹ ਆਪਣਾ ਬਿਜ਼ਨਸ ਸਟਾਰਟ ਕਰ ਸਕਦੀਆਂ। ਵੇਅਰ ਐਜ਼ ਜਿਹੜੀਆਂ ਪਬਲਿਕ ਕੰਪਨੀਜ਼ ਹੁੰਦੀਆਂ ਰਾਜੇ ਇਹਨਾਂ ਨੂੰ ਸਰਟੀਫਿਕੇਟ ਆਫ ਇਨਕੋਰਪੋਰੇਸ਼ਨ ਮਿਲਣ ਤੋਂ ਬਾਅਦ ਵੀ ਇੱਕ ਹੋਰ ਸਰਟੀਫਿਕੇਟ ਹੁੰਦਾ ਉਹ ਲੈਣਾ ਪੈਂਦਾ ਹੁੰਦਾ। ਠੀਕ ਹੈ। ਅਤੇ ਉਹ ਸਰਟੀਫਿਕੇਟ ਦਾ ਨਾਮ ਇੱਥੇ ਮੈਂ ਮੈਂਸ਼ਨ ਨਹੀਂ ਕੀਤਾ, ਸਰਟੀਫਿਕੇਟ ਆਫ ਕਮੈਂਸਮੈਂਟ ਆਫ ਬਿਜ਼ਨਸ ਉਹ ਹੁੰਦਾ। ਠੀਕ ਹੈ। ਉਹ ਕਦੋਂ ਮਿਲਦਾ ਰਾਜੇ ਜਦੋਂ ਜਿਹੜੀ ਪਬਲਿਕ ਕੰਪਨੀ ਹੈ ਉਹਨੇ ਜਿਹੜਾ ਪ੍ਰੋਸਪੈਕਟਸ ਇਸ਼ੂ ਕੀਤਾ ਹੁੰਦਾ ਉਹਦੇ ਵਿੱਚ ਨਾ ਉਹਨਾਂ ਨੇ ਪਬਲਿਕ ਨੂੰ ਕਿਹਾ ਹੁੰਦਾ ਵੀ ਤੁਸੀਂ ਸਾਡੇ ਇੰਨੇ ਸ਼ੇਅਰ ਸਬਸਕ੍ਰਾਈਬ ਕਰੋ। ਠੀਕ ਹੈ। ਉਹ ਜਦੋਂ ਇੰਨੇ ਸ਼ੇਅਰ ਸਬਸਕ੍ਰਾਈਬ ਕਹਿੰਦੀ ਹੈ ਸਬਸਕ੍ਰਾਈਬ ਕਰਨ ਨੂੰ ਤਾਂ ਉੱਥੇ ਇੱਕ ਰਿਕੁਆਇਰਮੈਂਟ ਹੁੰਦੀ ਹੈ ਮਿਨੀਮਮ ਸਬਸਕ੍ਰਿਪਸ਼ਨ ਦੀ। ਉਹ ਮਿਨੀਮਮ ਸਬਸਕ੍ਰਿਪਸ਼ਨ ਕਿੰਨੀ ਹੋਣੀ ਚਾਹੀਦੀ ਹੈ 90% ਆਫ ਦ ਐਂਟਾਇਰ ਇਸ਼ੂ। ਠੀਕ ਹੈ। ਜਿਵੇਂ ਸਪੋਜ਼ ਪਬਲਿਕ ਕੰਪਨੀ ਨੇ 10 ਲੱਖ ਦੀ ਇਸ਼ੂ ਕੀਤੀ ਹੈ। ਠੀਕ ਹੈ। ਕੈਪੀਟਲ ਪ੍ਰੋਸਪੈਕਟਸ 'ਚ ਤਾਂ ਉਹਦੇ ਲਈ ਘੱਟੋ ਘੱਟ ਕੰਪਨੀ ਕੋਲ ਕਿੰਨੀ ਸਬਸਕ੍ਰਿਪਸ਼ਨ ਆਉਣੀ ਚਾਹੀਦੀ ਹੈ 9 ਲੱਖ ਦੀ। ਠੀਕ ਹੈ। 90% ਦੇ ਹਿਸਾਬ ਨਾਲ ਕਿੰਨਾ ਹੋ ਗਿਆ 9 ਲੱਖ। ਅਤੇ ਕਿੰਨੇ ਦਿਨਾਂ 'ਚ ਆਉਣੀ ਚਾਹੀਦੀ ਹੈ 90 ਦਿਨਾਂ ਦੇ ਅੰਦਰ ਅੰਦਰ। ਠੀਕ ਹੈ। ਜਿੱਦਾਂ ਪ੍ਰੋਸਪੈਕਟਸ ਇਸ਼ੂ ਕੀਤਾ ਸੀਗਾ, ਨਹੀਂ ਤਾਂ ਉਹ ਆਪਣਾ ਬਿਜ਼ਨਸ ਸਟਾਰਟ ਨਹੀਂ ਕਰ ਸਕਦੇ। ਠੀਕ ਹੈ। ਕੰਪਲਸ਼ਨ ਹੁੰਦੀ ਹੈ ਉਹਨਾਂ ਨੂੰ। ਨੈਕਸਟ ਦੇਖੋ ਰਾਜੇ ਨੰਬਰ ਆਫ ਡਾਇਰੈਕਟਰਸ। ਜਿਹੜੀ ਕੰਪਨੀ ਹੁੰਦੀ ਹੈ ਰਾਜੇ ਉਹਦੇ ਵਿੱਚ ਡਾਇਰੈਕਟਰਸ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਬਿਜ਼ਨਸ ਦਾ ਇੱਕ ਸਬਜੈਕਟ ਹੈ ਤੁਸੀਂ ਉਹਦੇ ਵਿੱਚ ਪੜ੍ਹੋਗੇ। ਠੀਕ ਹੈ। ਸੋ ਨੰਬਰ ਆਫ ਡਾਇਰੈਕਟਰਸ ਜਿਹੜੇ ਆ ਉਹ ਪਬਲਿਕ ਕੰਪਨੀ 'ਚ ਘੱਟੋ ਘੱਟ 3 ਹੋਣੇ ਚਾਹੀਦੇ ਹੈ ਅਤੇ ਪ੍ਰਾਈਵੇਟ 'ਚ ਘੱਟੋ ਘੱਟ 2। ਠੀਕ ਹੈ। ਦੈਨ ਕੁਆਰਮ ਆਫ ਮੀਟਿੰਗ। ਠੀਕ ਹੈ। ਕੁਆਰਮ ਫॉर ਮੀਟਿੰਗ ਹੁੰਦਾ ਰਾਜੇ ਕਿ ਮੀਟਿੰਗ ਵਿੱਚ ਕਿੰਨੇ ਜਾਣਿਆਂ ਦਾ ਜ਼ਰੂਰੀ ਹੋਣਾ ਚਾਹੀਦਾ ਤਾਂ ਕਿ ਉਹ ਮੀਟਿੰਗ ਹੋ ਸਕੇ। ਠੀਕ ਹੈ। ਪ੍ਰਾਈਵੇਟ ਵਿੱਚ ਰਾਜੇ 2 ਦਾ ਹੋਣਾ ਜ਼ਰੂਰੀ ਹੁੰਦਾ, 2 ਮੈਂਬਰਸ ਦਾ। ਠੀਕ ਹੈ। ਜਿਹੜੀ ਪਬਲਿਕ ਕੰਪਨੀ ਹੁੰਦੀ ਹੈ ਉਹਦੇ ਵਿੱਚ 5 ਮੈਂਬਰਸ ਦਾ ਹੋਣਾ ਜ਼ਰੂਰੀ ਹੈ ਤਾਂ ਹੀ ਉਹ ਮੀਟਿੰਗ ਵੈਲਿਡ ਮੰਨੀ ਜਾਂਦੀ ਹੈ, ਜਾਇਜ਼ ਮੰਨੀ ਜਾਂਦੀ ਹੈ, ਨਹੀਂ ਤਾਂ ਉਹ ਮੀਟਿੰਗ ਹੈਲਡ ਨਹੀਂ ਹੁੰਦੀ। ਠੀਕ ਹੈ। ਨੈਕਸਟ ਦੇਖੋ ਰਾਜੇ ਯੂਜ਼ ਆਫ ਵਰਡ ਲਿਮਿਟਿਡ। ਲਿਮਿਟਿਡ ਤੋਂ ਮਤਲਬ ਜਿਹੜਾ ਲਿਮਿਟਿਡ ਵਰਡ ਹੈ ਰਾਜੇ ਕਾਹਦੇ ਲਈ ਯੂਜ਼ ਕੀਤਾ ਜਾਂਦਾ ਹੈ ਇਹ ਦੱਸਣ ਲਈ ਵੀ ਜਿਹੜੇ ਇਹਨਾਂ ਦੇ ਮੈਂਬਰਸ ਹੈ ਉਹਨਾਂ ਦੀ ਲਾਇਬਿਲਿਟੀ ਕੀ ਹੈ ਲਿਮਿਟਿਡ ਹੈ। ਠੀਕ ਹੈ। ਉਹਨਾਂ ਦੀ ਦੇਣਦਾਰੀ ਇੱਕ ਹੱਦ ਤੱਕ ਫਿਕਸ ਹੈ। ਜਿਹੜੀ ਪ੍ਰਾਈਵੇਟ ਕੰਪਨੀ ਹੈ ਰਾਜੇ ਉਹ ਆਪਣੇ ਨਾਲ ਪ੍ਰਾਈਵੇਟ ਲਿਮਿਟਿਡ ਵਰਡ ਲਗਾਉਂਦੀ ਹੈ। ਜਿਵੇਂ XYZ ਦੀ ਆਪਾਂ ਐਗਜ਼ਾਮਪਲ ਲਿੱਤੀ ਸੀ। ਸਪੋਜ਼ ਉਹ ਪ੍ਰਾਈਵੇਟ ਕੰਪਨੀ ਹੈ ਤਾਂ ਉਹਦਾ ਨਾਮ ਕੀ ਬਣ ਜਾਏਗਾ XYZ ਪ੍ਰਾਈਵੇਟ ਲਿਮਿਟਿਡ। ਠੀਕ ਹੈ। ਜਿਹੜੀ ਜੇ ਉਹ ਪਬਲਿਕ ਕੰਪਨੀ ਹੋਵੇ ਤਾਂ ਉਹਦੇ ਨਾਲ ਕੀ ਲੱਗੂਗਾ ਲਿਮਿਟਿਡ ਵਰਡ, ਕੱਲਾ ਲਿਮਿਟਿਡ। ਠੀਕ ਹੈ। ਪਬਲਿਕ ਨਹੀਂ ਲੱਗੂਗਾ, ਕੱਲਾ ਲਿਮਿਟਿਡ ਲੱਗੂਗਾ। ਤਾਂ XYZ ਜੇ ਪਬਲਿਕ ਕੰਪਨੀ ਹੈ ਤਾਂ ਉਹਦਾ ਨਾਮ ਕੀ ਬਣ ਜਾਏਗਾ XYZ ਲਿਮਿਟਿਡ। ਠੀਕ ਹੈ। ਨੈਕਸਟ ਹੈ ਰਾਜੇ ਲੀਗਲ ਫਾਰਮੈਲਿਟੀਜ਼। ਲੀਗਲ ਫਾਰਮੈਲਿਟੀਜ਼ ਮੋਸਟਲੀ ਇਹੀ ਹੈ ਕਿ ਜਿਹੜੀ ਪ੍ਰਾਈਵੇਟ ਕੰਪਨੀ ਹੁੰਦੀ ਹੈ ਉਹਦੀ ਲੀਗਲ ਫਾਰਮੈਲਿਟੀਜ਼ ਕੀ ਹੈ ਘੱਟ ਨੇ, ਥੋੜ੍ਹੀਆਂ ਨੇ।
ਜੇ ਆਪਾਂ ਕੰਪੈਰੀਜ਼ਨ ਕਰੀਏ ਉਹਦਾ ਪਬਲਿਕ ਕੰਪਨੀ ਨਾਲ। ਠੀਕ ਹੈ, ਪਬਲਿਕ ਕੰਪਨੀ ਦੀਆਂ ਲੀਗਲ ਫਾਰਮੈਲਿਟੀਜ਼ ਹੁਣ ਕਿਉਂ ਜ਼ਿਆਦਾ ਨੇ, ਕਿਉਂਕਿ ਉਹਦੇ ਵਿੱਚ ਲੋਕਾਂ ਦਾ ਪੈਸਾ ਲੱਗਿਆ ਹੋਇਆ। ਠੀਕ ਹੈ, ਵੇਅਰ ਐਜ਼ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸ਼ਾਇਦ ਮੈਂਬਰਸ ਮੈਨੇਜਰਸ ਜਾਂ ਡਾਇਰੈਕਟਰਸ ਜਾਣਦੇ ਵੀ ਨਹੀਂ ਹੈ। ਵੇਅਰ ਐਜ਼ ਪਬਲਿਕ ਕੰਪਨੀ 'ਚ, ਪ੍ਰਾਈਵੇਟ ਕੰਪਨੀ 'ਚ ਕੀ ਹੁੰਦਾ ਕਿ ਥੋੜ੍ਹੇ ਮੈਂਬਰਸ ਹੁੰਦੇ ਨੇ, ਉਹਨਾਂ ਦਾ ਪੈਸਾ ਲੱਗਾ ਹੁੰਦਾ, ਉਹਨਾਂ ਦਾ ਹੋਲਡ ਕਰਨਾ ਈਜ਼ੀ ਹੈ। ਠੀਕ ਹੈ, ਤੁਸੀਂ ਬਸ ਲੀਗਲ ਫਾਰਮੈਲਿਟੀਜ਼ 'ਚ ਇਹ ਹੈ ਕਿ ਜਿਹੜੀਆਂ ਪਬਲਿਕ ਕੰਪਨੀ ਹੁੰਦੀ ਹੈ ਉਹਦੀਆਂ ਲੀਗਲ ਫਾਰਮੈਲਿਟੀਜ਼ ਜ਼ਿਆਦਾ ਹੁੰਦੀ ਹੈ। ਠੀਕ ਹੈ, ਬਾਕੀ ਦਾ ਰਾਜੇ ਆਪਾਂ ਫਿਰ ਕਰਾਂਗੇ, ਅੱਜ ਲਈ ਨਹੀਂ। ਠੀਕ ਹੈ।